ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਸਾਹਿਬ ਸਤਿਗੁਰੂ ਜਗਤ ਗੁਰੂ ਪਿਆਰੇ ਗੁਰੂ ਸਾਰੀ ਮਨੁੱਖਤਾ ਦੇ ਰਹਿਬਰ ਜੋਤ ਰੂਪ ਹਰੀ ਆਪ ਸਤਿਗੁਰੂ ਆਪ ਨਾਰਾਇਣ ਕਲਾ ਧਾਰ ਗਰੀਬ ਨਿਵਾਜ ਧੰਨ ਧੰਨ ਜਗਤ ਗੁਰੂ ਬਾਬਾ ਸ਼੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰ ਸੁਆਮੀ ਸਤਿਗੁਰਾਂ ਦੇ ਪਾਵਨ ਜੋਤੀ ਜੋਤ ਸਮਾਵਨ ਦੇ ਗੁਰਪੁਰਬ ਨੂੰ ਨਜ਼ਦੀਕ ਜਾਣ ਕੇ ਤਖਤ ਸਾਹਿਬ ਜੀ ਦੀ ਆਦ ਕਾਲ ਦੀ ਚਲੀ ਆਈ ਮਰਜ਼ਾਦਾ ਅਨੁਸਾਰ ਕੁਛ ਦਿਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਗੁਰਤਾ ਗੱਦੀ ਦੇ ਦਿਨ ਤੋਂ ਲੈ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਨ ਤੱਕ ਕੁਛ ਦਿਨ ਕਰੀਬਨ ਹਫ਼ਤਾ ਭਰ ਮਹਾਰਾਜ ਦੇ ਜੋਤੀ ਜੋਤ ਸਮਾਵਨ ਦੀ ਕਥਾ ਵਿਸ਼ੇਸ਼ ਕਰਕੇ ਮਹਾਰਾਜ ਦੇ ਇਸ ਪਾਵਨ ਦਰਬਾਰ ਵਿੱਚ ਚੱਲਦੀ ਹੈ। ਉਹ ਕਥਾ ਕੱਲ੍ਹ ਦੇ ਦੀਵਾਨਾਂ ਵਿੱਚ ਸੰਪੂਰਨ ਹੋਈ ਅਤੇ ਉਸ ਤੋਂ ਉਪਰੰਤ ਇਹ ਜੋ ਪਿਛਲੀ ਕਥਾ ਜੋ ਵਿਸ਼ਰਾਮ 'ਤੇ ਆਈ ਸੀ, ਜਿਸ ਕਥਾ ਨੂੰ ਵਿਸ਼ਰਾਮ ਦੇ ਕੇ ਰੋਕ ਕੇ ਵਿਰਾਮ ਦੇ ਕੇ ਠਹਿਰਾ ਕੇ ਰਹਾਓ ਦੇ ਕੇ ਅਤੇ ਮਹਾਰਾਜ ਦੀ ਜੋਤੀ ਜੋਤ ਦੀ ਕਥਾ ਚੱਲੀ ਸੀ। ਉੱਥੋਂ ਹੀ ਹੁਣ ਇਹ ਅਗਲੀ ਕਥਾ ਪ੍ਰਾਰੰਭ ਹੋ ਰਹੀ ਹੈ। ਮਹਾਂਕਵੀ ਦਰਗਾਹੀ ਕਵੀ ਸੰਤ ਕਵੀ ਸ਼੍ਰੀ ਕਵੀ ਚੂੜਾਮਣ ਕਵੀ ਕਵੀਆਂ ਦੇ ਸਰਤਾਜ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਕ੍ਰਿਤ ਉਹਨਾਂ ਦੀ ਰਚਨਾ ਸ਼੍ਰੀ ਗੁਰੂ ਪ੍ਰਤਾਪ ਸੂਰਿਆ ਗ੍ਰੰਥ ਦੀ 7ਵੀਂ ਰਾਸ ਦਾ 49 ਨੰਬਰ ਅਧਿਆਏ ਸੰਪੂਰਨ ਹੋਇਆ ਸੀ। ਰੱਬ ਦਾ ਸਬੱਬ ਕਿ ਅਖੀਰਲਾ ਅਧਿਆ ਸੋ ਇਹ ਦਾਸਨੀ ਆਪ ਜੀ ਨੂੰ ਸਰਵਣ ਕਰਾਇਆ ਸੀ 49 ਨੰਬਰ। ਪਿਛਲੀ ਲੜੀ ਨੂੰ ਜੋੜਨ ਦੇ ਵਾਸਤੇ ਸੰਖੇਪ ਜਿਹਾ ਪਿਛਲਾ ਪ੍ਰਸੰਗ ਆਪਾਂ ਵਿਚਾਰਾਂਗੇ ਤਾਂ ਕਿ ਕਥਾ ਵੱਲ ਸਾਡੀ ਹੋਰ ਵੀ ਰੁਚੀ ਬਣ ਸਕੇ। ਉਸ ਤੋਂ ਪਹਿਲਾਂ ਦਾਸ ਬੇਨਤੀ ਕਰੇ, ਨਿੱਕੇ ਨਿੱਕੇ ਪਿਆਰੇ ਬੱਚੇ ਗੁਰਦਸਵੇਂ ਪਾਤਸ਼ਾਹ ਮਹਾਰਾਜ ਦੇ ਲਾਡਲੇ ਪੁੱਤ ਦਸਵੇਂ ਪਾਤਸ਼ਾਹ ਦੀਆਂ ਲਾਡਲੀਆਂ ਧੀਆਂ ਜਿਨ੍ਹਾਂ ਦੇ ਵਾਸਤੇ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਬਾਰੇ ਤੇ ਬਚਨ ਕਹੇ ਚਾਰ ਮੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਇਹ ਸੁਭਾਗੇ ਨੇ ਨਿੱਕੇ ਨਿੱਕੇ ਪਿਆਰੇ ਬੱਚੇ ਜਿਹੜੇ ਮਹਾਰਾਜ ਦੀ ਗੋਦ ਵਿੱਚ ਬੈਠੇ ਨੇ। ਕੁਛ ਬੱਚੇ ਦੇ ਦਾਸ ਦੇ ਪਿੱਛੇ ਬੈਠੇ ਹੋਏ ਮਹਾਰਾਜ ਦੀ ਗੋਦ ਵਿੱਚ। ਇਹਨਾਂ ਬੱਚਿਆਂ ਦੇ ਚੜ੍ਹਦੀ ਕਲਾ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਬੇਨਤੀ ਇਹ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਮਰਜ਼ਾਦਾ ਬਣਾਈ ਸੀ ਕਿ ਜਿਨ੍ਹਾਂ ਸਿੱਖ ਬੀਬੀਆਂ ਦੇ ਪਾਸ ਬੱਚੇ ਹੋਣ ਬਕਾਇਦਾ ਉਹਨਾਂ ਦੇ ਵਾਸਤੇ ਅਲੱਗ ਤੋਂ ਜਗ੍ਹਾ ਸੀ ਵੀ ਜੇ ਕੋਈ ਸਿਮਰਨ ਭਜਨ ਕਰਦਿਆਂ ਗੁਰੂ ਕੀ ਗੋਦ ਵਿੱਚ ਬੈਠਿਆਂ ਕਿਸੇ ਦੀ ਬਿਰਤੀ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜੇ, ਕਿਸੇ ਦਾ ਧਿਆਨ ਮਹਾਰਾਜ ਦੇ ਨਾਲ ਜੁੜੇ, ਕੋਈ ਰਸ ਵਿੱਚ ਹੋਵੇ ਅਤੇ ਬਾਲਕ ਬੁੱਧ ਅਚੇਤ ਹੈ। ਬੱਚਿਆਂ ਦੀ ਅਚੇਤ ਬੁੱਧੀ ਹੁੰਦੀ ਹੈ, ਉਹਨਾਂ ਨੂੰ ਪਤਾ ਨਹੀਂ ਹੈ। ਬੋਲਣਾ ਬਚਨ ਬਿਲਾਸ ਕਰਨੇ ਉਹਨਾਂ ਦਾ ਸੁਭਾਅ ਹੈ ਅਤੇ ਸੁਭਾਗ ਵੀ ਹੈ ਅਤੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਿਆ ਜਾਵੇ ਤਾਂ ਕਿ ਬਿਲਕੁਲ ਕਥਾ ਵਾਲਾ ਰਹੱਸਮਈ ਅਤੇ ਰਸਮਈ ਮਾਹੌਲ ਮਹਾਰਾਜ ਦੇ ਦਰਬਾਰ ਵਿੱਚ ਬਣ ਸਕੇ। ਖੈਰ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਸਤਿਗੁਰੂ ਅੰਤਰਜਾਮੀ ਬਾਲਾ ਭੋਲਾ ਗਰੀਬ ਨਿਵਾਜ ਮਾਲਵੇ ਦੇ ਪ੍ਰਸਿੱਧ ਨਗਰ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਸ ਜਿਹਨੂੰ ਗੁਰੂ ਸਰ ਮਹਾਰਾਜ ਅਸੀਂ ਕਹਿੰਦੇ ਹਾਂ, ਬਹੁਤ ਵੱਡਾ ਉਹ ਨਗਰ ਹੈ ਅਤੇ ਮੇਰਾ ਅਨੁਮਾਨ ਹੈ ਕਿ ਸ਼ਾਇਦ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ। ਅਨੁਮਾਨ ਹੈ ਮੇਰਾ, ਮੈਂ ਪੜ੍ਹਿਆ ਸੀ ਕਿਤੇ। ਉਸ ਨਗਰ ਵਿੱਚ ਮਹਾਰਾਜ ਬਿਰਾਜਮਾਨ ਹਨ। ਇੱਧਰੋਂ ਹਿੰਦੁਸਤਾਨ ਦਾ ਬਾਦਸ਼ਾਹ, ਉਸ ਸਮੇਂ ਜੋ ਹਿੰਦੁਸਤਾਨ ਦਾ ਬਾਦਸ਼ਾਹ ਹੁੰਦਾ ਸੀ ਕਰੀਬਨ ਪੂਰੇ ਏਸ਼ੀਆ ਉੱਪਰ
ਉਹਦਾ ਰਾਜ ਹੋਇਆ ਕਰਦਾ ਸੀ। ਤੇ ਉਸ ਬਾਦਸ਼ਾਹ ਦਾ ਨਾਮ ਸ਼ਾਹਜਹਾਨ ਸੀ। ਤੇ ਉਸ ਸਮੇਂ ਕਾਬਲ ਦਾ ਹਾਕਮ ਸੀ, ਉਹਦਾ ਨਾਮ ਸੀ ਲਲਾ ਬੇਗ। ਇਹਦੀ ਅਗਵਾਈ ਵਿੱਚ 35,000 ਚੁਣਿੰਦਾ ਚੁਣੇ ਹੋਏ ਵੱਖ-ਵੱਖ ਕਬੀਲਿਆਂ ਦੇ ਮੁਸਲਮਾਨ ਅਤੇ ਮੰਗੋਲ, ਕਿਉਂਕਿ ਮੁਸਲਮਾਨ ਅਤੇ ਮੰਗੋਲ ਬਿਲਕੁਲ ਦੋ ਵੱਖਰੀਆਂ ਕਿਸਮਾਂ ਅਤੇ ਵੱਖਰੀਆਂ ਕੌਮਾਂ ਹਨ। ਮੁਸਲਮਾਨ ਉਹ ਸਨ ਜੋ ਹਿੰਦੁਸਤਾਨ ਦੇ ਰਹਿਣ ਵਾਲੇ ਸਨ, ਅਤੇ ਮੰਗੋਲ ਉਹ ਸਨ ਜੋ ਧਾੜਵੀ ਬਣ ਕੇ ਵਿਦੇਸ਼ੀ ਬਣ ਕੇ ਬਾਬਰ ਦੇ ਨਾਲ ਆਏ ਸਨ, ਕਿਉਂਕਿ ਬਾਬਰ ਮੰਗੋਲ ਸੀ, ਚੰਗੇਜ਼ ਖਾਨ ਦੀ ਔਲਾਦ ਕਹਿ ਲਓ, ਉਹਦਾ ਖਾਨਦਾਨ। ਇਹ ਦੋ ਕੌਮਾਂ ਦੇ ਚੁਣਿੰਦਾ ਸੂਰਮੇ, ਜਿਨ੍ਹਾਂ ਵਿੱਚੋਂ ਕਿਸੇ ਦਾ ਵੀ ਕੱਦ 6.5 ਤੋਂ ਘੱਟ ਨਾ ਸੀ, ਕੱਚਾ ਇਹ ਮਾਸ ਖਾਇਆ ਕਰਦੇ ਸਨ, ਬੜੇ ਬਹਾਦਰ ਲੋਕ ਸਨ। ਅਤੇ ਮਰਨਾ ਇਹਨਾਂ ਦਾ, ਅੜਨਾ ਇਹਨਾਂ ਦਾ, ਲੜਨਾ ਇਹਨਾਂ ਦਾ ਪੇਸ਼ਾ ਬਣ ਚੁੱਕਿਆ ਸੀ। ਇਹ ਐਸਾ ਮੈਦਾਨੇ ਜੰਗ ਵਿੱਚ ਮਰਨ ਵਾਸਤੇ ਜਾਂਦੇ ਸਨ ਕਿ ਇਹਨਾਂ ਦੇ ਜਾਣ ਉਪਰੰਤ ਇਹਨਾਂ ਦੀਆਂ ਜਿਹੜੀਆਂ ਬੇਗਮਾਂ ਸਨ, ਔਰਤਾਂ ਸਨ, ਉਹ ਖੰਜਰ ਲੈ ਕੇ ਅਤੇ ਆਪਣੇ ਖੱਬੇ ਪਾਸੇ ਹਿੱਕ ਵਿੱਚ ਜਿੱਥੇ ਜ਼ਿਗਰ ਹੁੰਦਾ, ਦਿਲ ਹੁੰਦਾ, ਉੱਥੇ ਉਹ ਖੰਜਰ ਮਾਰ ਲਿਆ ਕਰਦੀਆਂ ਸਨ ਕਿ ਅਸੀਂ ਹੁਣ ਮਰ ਗਈਆਂ, ਬਸ ਸਾਡੇ ਪਤੀ ਮਰ ਗਏ। ਮਤਲਬ ਇਹ ਮੈਦਾਨੇ ਜੰਗ ਵਿੱਚ ਮਰਨ, ਲੜਨ ਨਹੀਂ ਬਲਕਿ ਮਰਨ ਆਇਆ ਕਰਦੇ ਸਨ, ਐਡੇ ਬਹਾਦਰ ਸਨ। ਅਤੇ ਇਹਨਾਂ ਦੇ ਥੱਲੇ ਜਿਹੜੇ ਘੋੜੇ ਸਨ, ਅਰਬ ਦੇ ਸਨ, ਤੁਰਕਾਨ ਦੇ ਸਨ, ਵੱਖ-ਵੱਖ ਕਿਸਮਾਂ ਦੇ ਉਹ ਘੋੜੇ ਸਨ, ਜਿਹੜੇ ਨਾ ਛੇਤੀ ਅੱਕਣ ਅਤੇ ਥੱਕਣ, ਅਤੇ ਘੋੜੇ ਵੀ ਉਹ ਬੜੇ ਲੜਾਕੇ ਸਨ। ਐਸੇ ਘੋੜੇ ਸਨ ਜੋ ਜ਼ਮੀਨ ਉੱਪਰ 'ਤੇ ਚੱਲਦੇ ਸਨ, ਉਹ ਪਾਣੀ ਵਿੱਚ ਵੀ ਤੈਰਨਾ ਜਾਣਦੇ ਸਨ। ਅਤੇ ਜਦੋਂ ਉੱਚੀਆਂ ਛਲਾਂਗਾਂ ਮਾਰਦੇ ਸੀ, ਉਹ ਘੋੜੇ ਨਾ ਹੋ ਕੇ ਪੰਛੀ ਲੱਗਦੇ ਸਨ ਕਿ ਖੁਰੇ ਇਹਨਾਂ ਨੂੰ ਖੰਭ ਲੱਗੇ ਹੋਣ। ਇਹ ਐਸੇ ਜੁਝਾਰੂ ਸਨ ਇਹ ਲੋਕ, ਜਿਨ੍ਹਾਂ ਦੇ ਸਾਹਮਣੇ ਹਿੰਦੁਸਤਾਨ ਦੇ ਵੱਡੇ ਵੱਡੇ ਮਾਰਵਾੜੀਏ, ਰਾਜਪੂਤ, ਰਾਜ ਘਰਾਣੇ ਇਤਿਆਦਿਕ ਅੜ ਨਾ ਸਕੇ, ਜਿਨ੍ਹਾਂ ਨੇ ਹਿੰਦੁਸਤਾਨ ਉੱਪਰ ਕਬਜ਼ਾ ਕਰ ਲਿਆ, ਚੀਨ ਫਤਹ ਕਰ ਲਿਆ, ਅੱਧਾ ਯੂਰਪ ਜਿੱਤ ਲਿਆ, ਅੱਧਿਓਂ ਵੱਧ ਦੁਨੀਆ ਦੇ ਉੱਪਰ ਇਹਨਾਂ ਮੁਗਲਾਂ ਦਾ ਉਸ ਸਮੇਂ ਰਾਜ ਸੀਗਾ। ਐਸਾ ਇਹ ਵੱਡਾ ਲਾਹੂ ਲਸ਼ਕਰ ਸੀ ਇਹਨਾਂ ਦਾ। ਇਹ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਚੜ੍ਹ ਕੇ ਆਏ। ਕਈ ਦਿਨ ਇਹ ਜੰਗ ਯੁੱਧ ਚੱਲਿਆ। ਅਖੀਰਲੀ ਕਥਾ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਲਲਾ ਬੇਗ ਜੋ ਸੀ, ਉਹਨੇ ਦੇਖਿਆ ਕਿ 35,000 ਵਿੱਚੋਂ 34,000 ਮੇਰਾ ਬੰਦਾ ਮਰ ਗਿਆ। ਇਹਦੇ ਮੁਕਾਬਲੇ ਸਿੱਖ ਜਿਹੜੇ ਨੇ ਉਹ ਸਿਰਫ 4,000 ਵਿੱਚੋਂ 1,000 ਹੀ ਸ਼ਹੀਦ ਹੋਏ ਨੇ। ਉਹ ਬੜਾ ਮਾਯੂਸ ਹੋਇਆ, ਹੈਰਾਨ ਅਤੇ ਪਰੇਸ਼ਾਨ ਹੋਇਆ, ਉਦਾਸ ਹੋਇਆ। ਉਹਦੇ ਚਿਹਰੇ ਤੋਂ ਜਦੋਂ ਮਲਾਲ ਅਤੇ ਉਦਾਸੀ ਇਹਦੇ ਸਕੇ ਭਾਣਜੇ ਨੇ, ਇਹਦੀ ਭੈਣ ਦੇ ਮੁੰਡੇ ਨੇ, ਜਿਹਦਾ ਨਾਂ ਕਾਬਲ ਬੇਗ ਸੀ, ਬੜਾ ਇਹ ਕਾਬਲ ਸੀ, ਬੜਾ ਇਹ ਲਿਆਕਤ ਦਾ ਮਾਲਕ ਸੀ, ਜੁਝਾਰੂ ਸੀ ਇਹ। ਉਹਨੇ ਜਦੋਂ ਮਾਯੂਸੀ ਇਹਦੇ ਚਿਹਰੇ ਤੋਂ ਪੜ੍ਹੀ ਅਤੇ ਕਹਿਣ ਲੱਗਾ, ਮਾਮਾ ਜਾਂ ਆਖੇ ਇੰਨੀ ਕੀ ਤੁਸੀਂ ਫਿਕਰ ਕਰਦੇ ਹੋ, ਮੈਂ ਹੈਗਾ ਨਾ, ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਆਪ ਜੂਝਾਂਗਾ। ਇਹ ਘੋੜੇ 'ਤੇ ਸਵਾਰ ਹੋਇਆ, ਇਹਦੇ ਗਲ 'ਚ ਸਰੋਪਾ ਪਾਇਆ ਇਹਦੇ ਮਾਮੇ ਨੇ, ਹਾਕਮ ਨੇ, ਸੈਨਾਪਤ ਨੇ, ਅਤੇ ਇਹ ਮਨ ਵਿੱਚ ਸੰਕਲਪ ਕਰਕੇ ਆਇਆ। ਇਹਨੇ ਸੰਕਲਪ ਕੀ ਕੀਤਾ ਵੇਖੋ, ਇੱਛਾ ਕੀ ਕੀਤੀ, ਅਤੇ ਇਹ ਮਨ ਵਿੱਚ ਸੰਕਲਪ ਕੀਤਾ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜੇ ਵਾਕਈ ਤੁਸੀਂ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਵਾਰਸ ਆ, ਲੋਕ ਤੁਹਾਨੂੰ ਅੰਤਰਜਾਮੀ ਕਹਿੰਦੇ ਨੇ, ਦਿਲ ਜਾਨੀ ਕਹਿੰਦੇ ਨੇ, ਵਾਕਈ ਤੁਸੀਂ ਦਿਲ ਜਾਨੀ ਆ, ਅਤੇ ਅੱਜ ਮੇਰੇ ਨਾਲ ਆਪ ਜੂਝੋ, ਅਖੇ ਮੇਰੇ ਮਨ ਦੀ ਤਮੰਨਾ ਪੂਰੀ ਕਰੋ। ਜੇ ਤੁਸੀਂ ਵਾਕਈ ਕੋਈ ਪੀਰ ਫਕੀਰ ਹੈਗੇ ਆ, ਅਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲ ਜਾਨੀ ਘਟ ਘਟ ਕੇ ਅੰਤਰ ਕੀ ਜਾਣਤ, ਹਵਾਲ ਮਾਲੂਮ ਕਰਦੰ ਪਾਕ ਕੇ ਅੱਲਾ ਪਾਕ ਮੌਲਾ ਤਾਲਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੂਰਮਿਆਂ ਨੂੰ ਚੀਰ ਕੇ ਆਪ ਅੱਗੇ ਆ ਗਏ। ਅਤੇ ਇਹਨਾਂ ਦਾ ਜਿਹੜਾ ਮੁਖਬਰੀਆ ਸੀਗਾ ਵਿਸ਼ੇਸ਼, ਉਹਦਾ ਨਾਮ ਹਸਨ ਖਾਂ ਸੀਗਾ, ਮੁਸਲਮਾਨ ਸੀ ਉਹ। ਜਦੋਂ ਮਹਾਰਾਜ ਦੇ ਘਰੇ ਖਬਰ ਲੈਣ ਵਾਸਤੇ ਆਇਆ, ਅਤੇ ਮਹਾਰਾਜ ਦਾ ਮਰੀਦ ਹੋ ਗਿਆ ਸੀ ਇਹ। ਜਦੋਂ ਇਹ ਮਹਾਰਾਜ ਦਾ ਮਰੀਦ ਹੋ ਗਿਆ, ਸਿੱਖ ਬਣ ਗਿਆ ਸੀ, ਇਹਨੂੰ ਤੁਰਕਾਂ ਨੇ ਕੁੱਟਿਆ ਵੀ ਸੀਗਾ, ਮਾਰਿਆ ਵੀ ਸੀ, ਇਹ ਜਾਨ ਬਚਾ ਕੇ ਭੱਜਿਆ ਸੀ, ਕਿਉਂਕਿ ਇਹਨੇ ਗੁਰੂ ਹਰਗੋਬਿੰਦ ਸਾਹਿਬ ਦੀ ਤਾਰੀਫ ਕਰ ਦਿੱਤੀ ਸੀ। ਇਹ ਮਹਾਰਾਜ ਦੇ ਖੱਬੇ ਪਾਸੇ ਸੀ, ਅਤੇ ਮਾਣ ਨੇ ਹਸਨ ਖਾਨ ਨੂੰ ਪੁੱਛਿਆ, ਜਾਣਦੇ ਸਾਰਾ ਕੁਝ। ਮਹਾਰਾਜ ਕਹਿਣ ਲੱਗੇ, ਸਾਹਮਣੇ ਕੌਣ ਤੁਰਿਆ ਹੁੰਦਾ? ਹਸਨ ਖਾਨ ਨੇ ਦੱਸਿਆ, ਮਹਾਰਾਜ
ਇਹ ਲਲਾ ਬੇਗ ਭਾਵ ਕਾਬਲ ਦੇ ਹਾਕਮ ਤੇ ਸੈਨਾ ਦੇ ਸੈਨਾਪਤ ਦਾ ਇਹ ਸਕਾ ਭਾਣਜਾ। ਤੇ ਮਹਾਰਾਜ ਜਦੋਂ ਲਾਹੌਰ ਤੋਂ ਚੜ੍ਹ ਕੇ ਆਇਆ ਸੀ ਨਾ, ਇਹਨੇ ਉੱਚੀ ਉੱਚੀ ਲਲਕਾਰ ਕੇ ਕਿਹਾ ਸੀਗਾ ਵੀ ਮੈਂ ਆਪ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੂਝਾਂਗਾ। ਇਹ ਬੜੀ ਵਾਰੀ ਰਸਤੇ 'ਚ ਗੱਲਾਂ ਕਰਦਾ ਹੁੰਦਾ ਸੀ, ਮਹਾਰਾਜ ਇਹ ਤੁਹਾਡੇ ਨਾਲ ਜੂਝਣਾ ਚਾਹੁੰਦਾ ਹੈ। ਇਹਨੇ ਆਣ ਕੇ ਮਹਾਰਾਜ ਨੂੰ ਵੰਗਾਰ ਪਾਈ। ਪਿਛਲੀ ਕਥਾ ਵਿੱਚ ਸੁਣਿਆ ਸੀ ਹਫ਼ਤਾ ਕੁ ਪਹਿਲਾਂ, ਮਹਾਰਾਜ ਨੇ ਕਿਹਾ ਕਾਬਲ ਬੇਗ ਨੂੰ, ਆਖੇ ਪਠਾਨਜ਼ਾਦਿਆ ਖਾਨਜ਼ਾਦਿਆ, ਤੁਹਾਡੇ ਵਿੱਚ ਮੈਂ ਮਰਦ ਘੱਟ ਤੇ ਜਨਾਨੀਆਂ ਜ਼ਿਆਦੀਆਂ ਵੇਖੀਆਂ ਨੇ। ਆਉਂਦੇ ਹਨਗੇ ਚੜ੍ਹ ਕੇ ਪਰ ਉਹ ਭੱਜ ਜਾਂਦੇ ਨੇ, ਪਰ ਮੈਂ ਤੈਨੂੰ ਵਾਕਈ ਇੱਕ ਲਲਕਾਰ ਵਾਲਾ ਬਹਾਦਰ ਜਾਣਿਆ। ਮੈਂ ਤੇਰੀ ਇੱਛਾ ਤੇ ਪੂਰੀ ਕਰ ਹੀ ਰਿਹਾ ਹਾਂ ਜੂਝਣ ਵਾਲੀ, ਅਸਲ ਵਿੱਚ ਤੂੰ ਵੀ ਮੇਰੇ ਮਨ ਦਾ ਮਨੋਰਥ ਪੂਰਾ ਕਰ ਰਿਹਾ। ਮੈਂ ਵੀ ਚਾਹੁੰਦਾ ਸੀ ਕਿ ਕੋਈ ਮੇਰੇ ਨਾਲ ਜੂਝੇ। ਰਣ ਦੇਖਤ ਸੂਰੇ ਚਿੱਤ ਉਲਾਸ, ਇਹ ਭਜਨ ਕਹਿ ਕੇ ਮਹਾਰਾਜ ਅੱਗੇ ਆ ਗਏ। ਅੱਗੇ ਆ ਗਏ ਤੇ ਉਸ ਵੇਲੇ ਮਾਨ ਨੇ ਕਿਹਾ ਵੀ ਕਾਬਲ ਬੇਗ ਤੂੰ ਇੱਦਾਂ ਕਰ ਵੀ ਪਹਿਲਾਂ ਵਾਰ ਕਰ ਲਾ, ਤੇਰੇ ਮਨ ਵਿੱਚ ਕੋਈ ਬਾਅਦ ਵਿੱਚ ਤਮੰਨਾ ਨਾ ਰਹਿ ਜੇ, ਤੇਰੇ ਪਰਿਵਾਰ ਖਾਨਦਾਨ ਕਬੀਲੇ ਦੇ ਲੋਕ ਬਰਾਦਰੀ ਦੇ ਲੋਕ ਜਾਂ ਤੇਰਾ ਸੈਨਾਪਤ ਕਿਤੇ ਨਾ ਸੋਚੇ ਵੀ ਆਖੇ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ ਗੁਰੂ ਪੀਰ ਨੇ, ਵੀ ਤੂੰ ਆਪੇ ਵਾਰ ਕਰ ਲੈ। ਇਹ ਗੁਰੂ ਨਾਨਕ ਦੇ ਘਰ ਦੀ ਰੀਤੀ ਰਹੀ ਹੈ, ਦੁਸ਼ਮਣ ਨੂੰ ਕਹਿਣਾ ਤੂੰ ਆਪ ਵਾਰ ਕਰ ਲਾ। ਉਹਨੇ ਜਦੋਂ ਵਾਰ ਕੀਤਾ, ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਦਾ ਵਾਰ ਕੀਤਾ, ਮਹਾਰਾਜ ਦੀਆਂ ਲੱਤਾਂ ਦਾ। ਫੁਰਤੀਲੇ ਸਤਿਗੁਰੂ ਚੜ੍ਹਦੀ ਕਲਾ ਦੇ ਦਾਤੇ ਸਤਿਗੁਰੂ ਗਰੀਬ ਨਵਾਜ ਨੇ ਛਾਲ ਮਾਰੀ, ਇਹਦਾ ਵਾਰ ਅਜਾਈ ਗਿਆ। ਮਰਜ਼ਾਦਾ ਤੇ ਇਹ ਸੀ ਕਿ ਦੂਸਰਾ ਵਾਰ ਇਹ ਨਾ ਕਰਦਾ, ਫਿਰ ਦੂਸਰਾ ਵਾਰ ਗੁਰੂ ਹਰਗੋਬਿੰਦ ਸਾਹਿਬ ਕਰਦੇ, ਪਰ ਇਹ ਡਰ ਗਿਆ ਸੀ ਖੁਰੇ, ਜਾਂ ਦਿਮਾਗ ਕਈ ਵਾਰੀ ਬੰਦੇ ਦਾ ਹਿੱਲ ਜਾਂਦਾ ਡਰੇ ਹੋਏ ਬੰਦੇ ਦਾ। ਉਹ ਜਿਵੇਂ ਆਮ ਕਹਾਵਤ ਆ ਨਾ, ਡਰਿਆ ਬੰਦਾ ਤੇ ਡਰੀ ਗਾਂ ਕਸੂਤਾ ਵਾਰ ਕਰਦੀ। ਇਹਨੇ ਦੂਸਰਾ ਵਾਰ ਫਿਰ ਕਰ ਦਿੱਤਾ। ਜਦੋਂ ਇਹਨੇ ਦੂਸਰਾ ਵਾਰ ਕੀਤਾ ਤੇ ਸਤਿਗੁਰੂ ਜੀ ਮਹਾਰਾਜ ਨੇ ਇਹਦੇ ਵਾਰ ਨੂੰ ਆਪਣੀ ਤਲਵਾਰ ਦੇ ਉੱਪਰ ਝੱਲਿਆ। ਫਿਰ ਮਹਾਰਾਜ ਨੇ ਇਹਦੇ ਉੱਪਰ ਵਾਰ ਕੀਤਾ। ਸਾਧ ਸੰਗਤ ਜੀ ਵੀ ਬਹਾਦਰ ਸੀ, ਮਹਾਰਾਜ ਨੇ ਧੌਣ ਲਾਉਣੀ ਚਾਹੀ ਇਹਦੀ, ਪਰ ਇਹ ਫੁਰਤੀ ਨਾਲ ਥੱਲੇ ਹੋ ਗਿਆ, ਮਹਾਰਾਜ ਦਾ ਵਾਰ ਵੀ ਖਾਲੀ ਗਿਆ। ਇਹ ਇਤਿਹਾਸ ਆ। ਇਹਨੇ ਫਿਰ ਤੀਸਰਾ ਵਾਰ, ਸੋ ਤਰਤੀਬ ਦੇ ਹਿਸਾਬ ਦੇ ਨਾਲ ਵੈਸੇ ਚੌਥਾ ਬਣਦਾ, ਪਰ ਤਰਤੀਬ ਦੇ ਹਿਸਾਬ ਦੇ ਨਾਲ ਇਹਨੇ ਆਪਣਾ ਤੀਸਰਾ ਵਾਰ ਮਹਾਰਾਜ ਉੱਪਰ ਕੀਤਾ। ਜਦੋਂ ਇਹਨੇ ਵਾਰ ਕੀਤਾ ਤੇ ਸਤਿਗੁਰੂ ਜੀ ਮਹਾਰਾਜ ਦੇ ਬਸਤਰ ਨੂੰ, ਚੋਗੇ ਨੂੰ ਇਹਦੇ ਤਲਵਾਰ ਦੀ ਨੋਕ ਛੋਹ ਗਈ। ਨੋਕ ਦੇ ਛੂਹਣ ਦੇ ਨਾਲ ਮਹਾਰਾਜ ਜੀ ਦੇ ਪਵਿੱਤਰ ਮੁਕੱਦਸ ਪਾਕ ਪਾਮਨਾ ਮੈਂ ਮਹਾਪੁਨੀਤ ਸਰੀਰ ਵਿੱਚੋਂ ਸਾਧ ਸੰਗਤ ਜੀ ਭੈ ਪਿਆ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸੋਧ ਹੋਏ, ਤਿਉਂ ਹਰ ਕਾ ਭਾਉ ਨਿਰਮਤ ਦੁਰਮਤ ਮੈਲ ਗਵਾਏ। ਉਹ ਸਾਧ ਸੰਗਤ ਜੀ ਪਵਿੱਤਰ ਖੂਨ, ਪਾਕ ਖੂਨ ਮਹਾਰਾਜ ਦੇ ਸਰੀਰ ਵਿੱਚੋਂ ਵਹਿ ਤੁਰਿਆ। ਜਦੋਂ ਖੂਨ ਵਹਿ ਤੁਰਿਆ, ਮਹਾਰਾਜ ਦਾ ਬਸਤਰ ਖੂਨ ਦੇ ਨਾਲ ਭਿੱਜ ਗਿਆ। ਸਿੱਖ ਵੀ ਰੋਸ ਵਿੱਚ ਆਏ, ਪਰ ਮਾਨ ਨੇ ਇਸ਼ਾਰਾ ਕੀਤਾ ਵੀ ਖਾਲਸਾ ਜੀ ਗੁਰਸਿੱਖੋ ਖੜ ਜਾਓ, ਹੁਣ ਅਖੇ ਹੁਣ ਸਾਡੀ ਵਾਰੀ ਆ ਕੁਝ ਕਰਕੇ ਵਿਖਾਉਣ ਦੀ। ਇਹਨੇ ਜਦੋਂ ਵਾਰ ਕੀਤਾ, ਉਸ ਵੇਲੇ ਮਾਨ ਨੇ ਕਿਹਾ ਵੀ ਹੁਣ ਝੱਲ ਨਹੀਂ ਅਖੇ। ਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਨ ਨੇ ਸਾਧ ਸੰਗਤ ਜੀ ਉਛਲ ਕੇ ਫੁਰਤੀ ਵਿੱਚ ਆਣ ਕੇ ਵਾਰ ਕੀਤਾ। ਇਹਨੇ ਆਪਣੀ ਤਲਵਾਰ ਦੇ ਨਾਲ ਰੁਕਣਾ ਚਾਹਿਆ, ਪਰ ਕਿਹੜਾ ਚੱਲੇ ਗੁਰੂ ਦੀਆਂ ਝਾਲਾਂ। ਮਹਾਰਾਜ ਦਾ ਵਾਰ ਇਹਦੇ ਖੱਬੇ ਮੋਢੇ ਤੋਂ ਲੈ ਕੇ ਤੇ ਸੱਜੀ ਵੱਖੀ ਤੱਕ ਜਿਵੇਂ ਕਿਸੇ ਸਾਰਸਵਤ ਬ੍ਰਾਹਮਣ ਨੇ ਜਨੇਊ ਪਾਇਆ ਹੋਵੇ, ਚੀਰ ਕੇ ਦੋ ਕਰਕੇ ਰੱਖ ਦਿੱਤਾ ਇਹਨੂੰ। ਜਦੋਂ ਚੀਰ ਕੇ ਦੋ ਕਰਕੇ ਰੱਖਿਆ, ਇਹ ਧੜਾਮ ਦੇਣੇ ਸਾਧ ਸੰਗਤ ਜੀ ਧਰਤੀ ਤੇ ਡਿੱਗਿਆ। ਗੁਰਸਿੱਖਾਂ ਨੇ ਅਕਾਲ ਅਕਾਲ ਦੇ ਨਾਅਰੇ ਲਾਏ। ਜਦੋਂ ਐਸੀ ਇਹਦੀ ਹਾਰ ਹੋ ਗਈ, ਉਸ ਵੇਲੇ ਲਲਾ ਬੇਗ ਬਹੁਤ ਜ਼ਿਆਦਾ ਘਬਰਾ ਗਿਆ ਕਿ ਮੇਰੇ ਭਰਾ ਪੁੱਤ ਮਰ ਗਏ ਨੇ ਤੇ ਮੇਰੇ ਭੈਣ ਦਾ ਪੁੱਤ ਮੇਰਾ ਭਾਣਜਾ ਵੀ ਮਰ ਗਿਆ, ਪਰ ਸਰਿਆ ਸਾਡੇ ਕੋਲ ਕੁਛ ਵੀ ਨਹੀਂ। ਇੱਥੇ ਪਿਛਲੀ ਕਥਾ ਇਹ ਵਿਸ਼ਰਾਮ ਤੇ ਆ ਗਈ ਸੀ। ਆਪਣੀਆਂ ਸੁਰਤੀਆਂ ਵਿਰਤੀਆਂ, ਮਾਲਵੇ ਦੀ ਧਰਤੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਦਸਵੇਂ ਪਾਤਸ਼ਾਹ ਨੇ ਮਾਲੋ ਮਾਲ ਕੀਤਾ, ਬਠਿੰਡੇ ਦਾ ਜ਼ਿਲ੍ਹਾ ਹੈ, ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਵਾਸ ਗੁਰੂ ਸਰ ਮਹਾਰਾਜ, ਉੱਥੇ ਆਪਣਾ ਸੁਰਤਾ ਬਿਰਤਾ ਆਪਣੇ ਖਿਆਲ ਲੈ ਕੇ ਜਾਓ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਫੌਜ ਦੇ ਨਾਲ ਇਹ ਲਲਾ ਬੇਗ ਹਿੰਦੁਸਤਾਨ ਦੇ ਬਾਦਸ਼ਾਹ ਦੀ ਫੌਜ ਜਿਵੇਂ ਜੂਝ ਰਹੀ ਹੈ। ਉਹ ਜੰਗ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆ ਰਹੀ ਹੈ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਮੋਂ ਸੁਭਾਇਮਾਨ ਹੋकर ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ, ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾਵ ਮੀਡੀਆ ਦੇ ਜ਼ਰੀਏ ਮਹਾਰਾਜ ਦੀ ਕਥਾ ਦੇ ਨਾਲ ਜੁੜ ਰਹੇ ਹੋ। ਭਾਈ ਸਤਿਗੁਰਾਂ ਦੀ ਅੰਮ੍ਰਿਤ ਸਰੂਪ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ
ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਕਾਬਲ ਬੇਗ ਸੁਬੇਗ ਹਤ ਦੇਖ ਤੁਰਕ ਸਰਦਾਰ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਾਬਲ ਬੇਗ ਨੂੰ ਮਾਰਿਆ ਤੇ ਤੁਰਕਾਂ ਦੇ ਬਚੇ ਹੋਏ ਸਰਦਾਰਾਂ ਨੇ ਜਦੋਂ ਦੇਖਿਆ ਕਿ ਸਾਡਾ ਇੱਕ ਸੈਨਾਪਤ ਹੋਰ, ਇੱਕ ਕਮਾਂਡਰ ਹੋਰ ਝਟਕ ਗਿਆ, ਮਰ ਗਿਆ, ਸੋਚਤ ਹਿਤ ਹਟ ਫਰਕ ਕਰ ਖਰੇ ਦੂਰ ਲਖਹਾਰ। ਉਸ ਵੇਲੇ ਸੋਚੀ ਜਾਂਦੇ ਨੇ ਤੇ ਪਿੱਛੇ ਵੀ ਹਟ ਗਏ ਨੇ ਤੇ ਡਰੀ ਜਾਂਦੇ ਹਨ, ਦੂਰ ਖੜੇ ਹੋਏ ਝਾਕਦੇ ਹਨ। ਇਹ ਟੋਟਕ ਛੰਦ ਪਿਕ ਕਾਬਲ ਬੇਗ ਮਰਿਓ ਰਨ ਮੈਂ। ਜਿਸ ਵੇਲੇ ਕਾਬਲ ਬੇਗ ਦੇਖਿਆ ਕਿ ਮੈਦਾਨੇ ਜੰਗ ਵਿੱਚ ਮਰ ਗਿਆ ਹੈ, ਬਨੀਆ ਜਿਮ ਲੂਟ ਲਿਓ ਬਨ ਮੈਂ। ਤੇ ਕਵੀ ਜੀ ਕਹਿੰਦੇ ਜਿਵੇਂ ਕੋਈ ਬਾਣੀਆਂ ਹੋਵੇ, ਕਿਸੇ ਵਿਦੇਸ਼ ਵਿੱਚੋਂ ਕਿਸੇ ਟਾਪੂ ਵਿੱਚੋਂ ਵਪਾਰ ਕਰਕੇ ਜੰਗਲ ਵਿੱਚੋਂ ਦੀ ਲੰਘਦਾ ਹੋਵੇ ਤੇ ਡਾਕੂਆਂ ਲੁਟੇਰਿਆਂ ਨੇ ਲੁੱਟ ਲਿਆ ਹੋਵੇ, ਸਾਰੀ ਮਿਹਨਤ ਵੀ ਅਜਾਈ ਗਈ ਹੋਵੇ ਤੇ ਜਾਨ ਵੀ ਖਤਰੇ ਵਿੱਚ ਹੋਵੇ। ਇਸ ਤਰ੍ਹਾਂ ਹੀ ਹੋਇਆ ਹਿੰਦੁਸਤਾਨ ਦੇ ਬਾਦਸ਼ਾਹ ਦੀ ਫੌਜ ਦੇ ਨਾਲ। ਚਿਤ ਬੇਗ ਲਲਾ ਦੁਖ ਪਾਏ ਕਨੋ। ਉਸ ਵੇਲੇ ਲਲਾ ਬੇਗ ਤੇ ਕਹਿਣਾ ਨਹੀਂ ਚਾਹੀਦਾ, ਲੇਲਾ ਹੀ ਸੀਗਾ ਇਹ ਮਹਾਰਾਜ ਦੀ ਫੌਜ ਦੇ ਸ਼ੇਰਾਂ ਦੇ ਸਾਹਮਣੇ। ਇਹ ਲੇਲੇ ਦੀ ਬਿਰਤੀ ਵਾਲਾ ਲਲਾ ਬੇਗ ਇਹ ਦੇਖ ਕੇ ਬਹੁਤ ਦੁਖੀ ਹੋਇਆ। ਬੜ ਵੀਰ ਹਤਿਓ ਗੁਰ ਕਾਲ ਮਨੋ। ਵੇਖਿਆ ਕਿ ਐਡਾ ਵੱਡਾ ਬਹਾਦਰ ਯੋਧਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਵਾਰ ਦੇ ਨਾਲ ਹੀ ਵੱਢ ਕੇ ਰੱਖਤਾ। ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾ ਹੋਣ ਬਲਕਿ ਕਾਲ ਹੋਣ। ਉਹ ਕਾਲ ਨਹੀਂ ਭਲਿਆ, ਉਹ ਤੇ ਅਕਾਲ ਹਨ, ਇੱਕ ਬਾਬਾ ਅਕਾਲ ਰੂਪ ਹਨ। ਅਬ ਕੋਨ ਪੀਰੇ ਸਬਦਾਨ ਬਨੈ। ਇਹ ਮਨ ਵਿੱਚ ਸੋਚਦਾ ਵੀ ਹੁਣ ਕੌਣ ਭਿੜੇ ਮਹਾਰਾਜ ਦੇ ਨਾਲ, ਕੌਣ ਭੇੜ ਮਚਾਵੇ। ਸਾਵਧਾਨ ਹੋ ਕੇ, ਸੁਚੇਤ ਹੋ ਕੇ ਜੁਤ ਸੈਨ ਗੁਰੂ ਕਰ ਜੰਗ ਹਨ। ਔਰ ਮਹਾਰਾਜ ਨੂੰ ਫੌਜ ਦੇ ਸਮੇਤ ਜਾਵੇ ਤੇ ਜੂਝ ਕੇ ਉਹ ਫਤਹ ਕਰਕੇ ਆਵੇ। ਜਿਸ ਜਹ ਕਾਬਲ ਬੇਗ ਖਰੋ। ਕਹਿੰਦੇ ਜਿੱਥੇ ਦੇਖਿਆ ਕਾਬਲ ਬਿਖ ਪੈ ਵਿਸ਼ਵਾਸ ਹੋਤੋ ਜੈ ਕੋ। ਕਿਆ ਜਿਹਦੇ ਉੱਪਰ ਮੈਨੂੰ ਵੱਡਾ ਭਾਰੀ ਵਿਸ਼ਵਾਸ ਸੀਗਾ ਕਿ ਮੈਦਾਨੇ ਜੰਗ ਵਿੱਚ ਸਾਨੂੰ ਫਤਿਹ ਦਿਵਾਵੇਗਾ। ਜਮ ਧਾਮ ਗਇਓ ਗੁਰਦੈ ਪੈ ਕੋ। ਔਰ ਕਿਹਾ ਕਿ ਉਹ ਤੇ ਜਮ ਧਾਮ ਚਲਾ ਗਿਆ ਹੈ, ਦੋਜ਼ਕਾਂ ਨੂੰ ਚਲਾ ਗਿਆ, ਨਰਕਾਂ ਨੂੰ ਚਲਾ ਗਿਆ। ਤੇ ਸਤਿਗੁਰੂ ਜੀ ਮਹਾਰਾਜ ਸਾਹਮਣੇ ਖੜੇ ਹੋਏ, ਗਰੀਬ ਨਵਾਜ ਘੋੜੇ ਤੇ ਸਵਾਰ ਹੋਏ ਸਾਨੂੰ ਡਰਾ ਰਹੇ ਨੇ। ਹੁਣ ਕਰਾਂ ਤੇ ਕਰਾਂ ਕੀ ਮੈਂ। ਜਿਸ ਜਹ ਕਾਬਲ ਬੇਗ ਖਰੋ ਹੋਏ ਬੋ। ਕਹਿੰਦੇ ਜਿੱਥੇ ਕਾਬਲ ਬੇਗ ਖੜਿਆ ਹੋਇਆ ਸੀਗਾ, ਫਿਰ ਜੰਗ ਬਹਾਦਰ ਹਵੈ ਕਹਿਬੋ। ਕਿਆ ਉੱਥੇ ਕੌਣ ਹੈ ਬਹਾਦਰ ਖੜਿਆ ਹੋਏ, ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੂਝੇ। ਜਿਵੇਂ ਕਾਬਲ ਬੇਗ ਦੀਵਾਰ ਬਣ ਕੇ ਖਲੋ ਗਿਆ ਸੀ ਮਹਾਰਾਜ ਦੇ ਸਾਹਮਣੇ, ਹੁਣ ਕੌਣ ਹੈ ਬਹਾਦਰ ਯੋਧਾ। ਤਿਸਹੀਨ ਅਬੈਰਨ ਕੌਣ ਕਰੈ। ਔਰ ਕਿਹਾ ਕਿ ਕਾਬਲ ਬੇਗ ਤੋਂ ਬਿਨਾ ਕੌਣ ਹੈ ਐਸਾ ਬਹਾਦਰ ਜੋ ਸਤਿਗੁਰੂ ਜੀ ਮਹਾਰਾਜ ਨੂੰ ਵੰਗਾਰ ਕੇ ਸਾਨੂੰ ਫਤਹ ਦਿਵਾਵੇ। ਆਯਤ ਕੋ ਗੁਰ ਅਗਰ ਅਰੈ। ਔਰ ਸ਼ਸਤਰ ਲੈ ਕੇ ਮਹਾਰਾਜ ਦੇ ਨਾਲ ਅੜ ਖਲੋਵੇ, ਐਸਾ ਕੋਈ ਹੈ ਨਹੀਂ ਹੋਣਾ। ਮਨ ਦੀਨ ਬਨਿਓ ਬਹੁ ਬੇਗ ਲਲਾ। ਉਸ ਵੇਲੇ ਲਲਾ ਬੇਗ ਬਹੁਤ ਦੀਨਹੀਨ ਹੋਇਆ, ਬੜਾ ਜ਼ਿਆਦਾ ਢਹਿ ਗਿਆ ਹੈ, ਟੁੱਟ ਗਿਆ ਹਿਰਦਾ ਇਹਦਾ। ਬਿਕ ਕੰਬਰ ਬੇਗ ਸੁਤੀਰ ਭਲਾ। ਉਸ ਵੇਲੇ ਕੰਬਰ ਬੇਗ ਨੇ ਦੇਖਿਆ ਤੇ ਕੰਬਰ ਬੇਗ ਕੌਣ ਹੈ, ਇਹਦਾ ਸਕਾ ਭਰਾ ਹੈ, ਸਹੋਦਰ ਹੈ ਇਹਦਾ। ਇੱਕੋ ਮਾਂ ਦੇ ਪੇਟ ਤੋਂ ਜੰਮੇ, ਇੱਕ ਪਿਓ ਦੇ ਵਿਹੜੇ ਵਿੱਚ ਖੇਡੇ ਸਨ। ਇਹਦਾ ਨਾਮ ਲਲਾ ਬੇਗ ਹੈ, ਉਹਦਾ ਨਾਮ ਕੰਬਰ ਬੇਗ। ਜਦੋਂ ਕੰਬਰ ਬੇਗ ਨੇ ਦੇਖਿਆ ਕਿ ਮੇਰਾ ਭਾਇਆ ਭਰਾ ਜੋ ਹੈ ਉਹ ਮਾਯੂਸ ਹੋ ਰਿਹਾ ਹੈ, ਕਹਿ ਬਾਕ ਨ ਚਿੰਤ ਕਛੂ ਤਰੀਏ। ਕੰਬਰ ਬੇਗ ਨੇ ਕਿਹਾ, ਕਹਿੰਦਾ ਵੀ ਭਰਾ ਜੀ ਅਖੇ ਭਾਈ ਜਾਨ ਫਿਕਰ ਨਾ ਕਰੋ, ਅਖੇ ਮੈਂ ਹੈਗਾ ਨਾ ਤੁਹਾਡੇ ਨਾਲ, ਪਰਵਾਹ ਨਾ ਕਰੋ ਮੇਰੇ ਹੁੰਦਿਆਂ। ਰਣ ਭੀਮ ਰਚੋ ਪਿਖਬੋ ਕਰੀਏ। ਔਰ ਕਿਹਾ ਕਿ ਘੋੜੇ ਤੇ ਸਵਾਰ ਹੋ ਕੇ ਨੇਤਰਾਂ ਦੇ ਨਾਲ ਤੱਕਣਾ ਮੈਂ ਕੈਸਾ ਖੂਨੀ ਨਜ਼ਾਰਾ ਦਿਖਾਵਾਂਗਾ ਸਿੱਖਾਂ ਨੂੰ। ਗਨ ਸਤਰਣ ਕੋ ਤਰਵਾਰਣ ਸੋ। ਔਰ ਕਿਹਾ ਕਿ ਸਮੂਹ ਜਿਹੜੇ ਦੁਸ਼ਮਣ ਹਨ ਇਹਨਾਂ ਨੂੰ ਤਲਵਾਰਾਂ ਤੇ ਤੀਰਾਂ ਦੇ ਨਾਲ ਕਤਲਾਮ ਕਰੋ ਬਹੁ ਬਾਰਣ ਸੋ। ਔਰ ਕਿਹਾ ਕਿ ਆਪਣੇ ਵਾਰਾਂ ਦੇ ਨਾਲ ਮੈਂ ਕਤਲੇਆਮ ਕਰਕੇ ਰੱਖ ਦਿਆਂਗਾ, ਢੇਰ ਲਾ ਕੇ ਰੱਖ ਦਾਂਗਾ ਕਾਫਰਾਂ ਦੇ। ਪੰਜ ਸੈ ਅਸਵਾਰਣ ਸੰਗ ਲਏ। ਉਸ ਵੇਲੇ 1000 ਫੌਜ ਇਹਦੇ ਨਾਲ ਬਚੀ ਸੀ, ਸਿਰਫ 1000, 35000 ਵਿੱਚੋਂ 34000 ਮਰ ਗਿਆ ਸੀ ਪਿਛਲੀ ਕਥਾ ਤੱਕ।
1000 ਵਿੱਚੋਂ 500 ਚੁਣਿੰਦਾ ਸੂਰਮੇ ਨਾਂ ਲਏ ਹਨ। ਨਿਜ ਦੁੰਦਬ ਦੋਹਰ ਚੋਬ ਦਏ, ਉਸ ਵੇਲੇ ਨਗਾਰੇ ਉੱਪਰ ਦੋਹਰੀਆਂ ਚੌਰੀਆਂ ਚੋਬਾਂ ਵਜਾਈਆਂ ਹਨ। ਤੁਪ ਖਾਨ ਚਲਾਵਤ ਨੇਰ ਕਰਿਓ। ਕਹਿੰਦੇ ਉਧਰ ਜਿਹੜਾ ਖਾਨ ਹਨ ਮੁਸਲਮਾਨ, ਸੋ ਉਹ ਬੰਦੂਕਾਂ ਚਲਾਉਂਦੇ ਹਨ ਤੇ ਬੰਦੂਕਾਂ ਚਲਾਉਂਦੇ ਹੋਏ ਗੋਲੀਆਂ ਚਲਾਉਂਦੇ ਹੋਏ ਸਿੱਖਾਂ ਦੇ ਨੇੜੇ ਆ ਗਏ ਹਨ। ਨਿਜ ਹਾਰ ਲਖੇ ਉਰ ਕੋਪ ਭਰਿਓ। ਇਹਨਾਂ ਨੇ ਜਾਣਿਆ ਕਿ ਹੁਣ ਹਾਰ ਤਾਂ ਹੋ ਹੀ ਗਈ ਹੈ, ਹੁਣ ਅਖੀਰਲੀ ਆਰ ਪਾਰ ਦੀ ਲੜਾਈ ਹੋਵੇਗੀ। ਇਹ ਮਨ ਵਿੱਚ ਜਾਣ ਕੇ ਬੜੇ ਰੋਸ ਵਿੱਚ ਹਨ। ਇਹ ਗੁਰ ਕੇ ਤਨ ਘਾਬ ਲਘੂ ਜੋ ਲਗਿਓ। ਕਹਿੰਦੇ ਉਸ ਵੇਲੇ ਸਤਿਗੁਰੂ ਜੀ ਮਹਾਰਾਜ ਜੀ ਦੇ ਸਰੀਰ ਉੱਪਰ ਜਿਹੜਾ ਥੋੜਾ ਜਿਹਾ ਘਾਵ ਜ਼ਖਮ ਲੱਗਿਆ ਸੀ, ਪਿਛਲੀ ਕਥਾ ਵਿੱਚ ਉਹ ਕਾਬਲ ਬੇਗ ਦੀ ਤਲਵਾਰ ਛੋ ਗਈ ਸੀ ਮਹਾਰਾਜ ਦੇ ਪਵਿੱਤਰ ਸਰੀਰ ਨੂੰ। ਛੁਟ ਸਰੋਣਤ ਚੀਰ ਸੁਰੰਗ ਪਗਿਓ। ਤੇ ਮਹਾਰਾਜ ਦੇ ਸਰੀਰ ਵਿੱਚੋਂ ਖੂਨ ਛੁੱਟਿਆ ਸੀ ਤੇ ਜਿਹੜੇ ਬਸਤਰ ਸਨ ਉਹ ਸੁਰਖ ਹੋ ਗਏ ਸਨ। ਉਤਰਿਓ ਤਤਕਾਲ ਹੈ ਜੋਧ ਬਲੀ। ਉਸ ਵੇਲੇ ਰਾਏ ਜੋਧ ਜੀ ਸਾਹਿਬ, ਸਤਿਗੁਰੂ ਜੀ ਮਹਾਰਾਜ ਦੇ ਅਨੰਦ ਪਿਆਰੇ ਰਾਏ ਜੋਧ ਜੀ ਸਾਹਿਬ ਮਹਾਰਾਜ ਦੇ ਸ਼ਰਧਾਲੂ ਨਹੀਂ ਸਨ ਮਾਫ ਕਰਨਾ। ਇਹਨਾਂ ਦੇ ਘਰੋਂ ਜੋ ਬੀਬੀ ਸੀ ਉਹਦਾ ਸਿੱਖ ਘਰਾਣੇ ਦਾ ਜਨਮ ਸੀ। ਉਹਨੇ ਸਾਖੀਆਂ ਸੁਣਾ ਕੇ, ਇਤਿਹਾਸ ਸੁਣਾ ਕੇ ਆਪਣੇ ਸਿਰ ਦੇ ਸਾਈਂ ਨੂੰ ਮਹਾਰਾਜ ਦਾ ਸਿੱਖ ਬਣਾਇਆ ਸੀ ਤੇ ਸਿਦਕੀ ਬਣਾਇਆ ਸੀ। ਨਾਮ ਇਹਨਾਂ ਦਾ ਜੋਧ ਸੀਗਾ ਤੇ ਰਾਏ ਇਹਨਾਂ ਨੂੰ ਖਿਤਾਬ ਮਿਲਿਆ ਸੀ ਅਕਬਰ ਵੱਲੋਂ, ਭਾਵ ਸ਼ਾਹਜਹਾਨ ਦੇ ਦਾਦੇ ਵੱਲੋਂ ਇਹਨਾਂ ਨੂੰ ਖਿਤਾਬ ਮਿਲਿਆ ਸੀ ਰਾਏ ਦਾ। ਇਹ ਬੜੇ ਬਹਾਦਰ ਸਨ। ਇਹ ਪੁਸ਼ਤੈਨੀ ਇਹਨਾਂ ਦਾ ਰਾਜ ਸੀ ਤੇ ਬਹੁਤ ਵੱਡੀ ਇਹ ਜ਼ਗੀਰ ਦੇ ਮਾਲਕ ਸਨ। ਇਹਨਾਂ ਨੂੰ ਮਹਾਰਾਜ ਨੇ ਵਰ ਵੀ ਦਿੱਤਾ ਸੀ, ਜੇ ਸਿੱਖਣੀ ਚਾਹੇ ਪਰਿਵਾਰ ਦੇ ਵਿੱਚ ਸਿੱਖੀ ਰਹੇ, ਦੁਨੀਆ ਦੀ ਕੋਈ ਤਾਕਤ ਸਾਧ ਸੰਗਤ ਜੀ ਸਿੱਖੀ ਦੇ ਨਾਲੋਂ ਤੋੜ ਨਹੀਂ ਸਕਦੀ। ਤੇ ਜੇ ਗੁਰੂ ਘਰ ਦੀਆਂ ਲਾਡਲੀਆਂ ਲਾਡੋ ਰਾਣੀਆਂ ਧੀਆਂ ਕਾਕੀਆਂ ਹੀ ਮਹਾਰਾਜ ਨੂੰ ਪਿੱਠ ਤੇ ਕੰਧਾ ਦੇ ਦੇਣ ਤੇ ਫਿਰ ਸਾਧ ਸੰਗਤ ਜੀ ਕਿੱਥੋਂ ਸਿੱਖੀ ਬਚਣੀ ਹੈ, ਕਿੱਥੋਂ ਦਸਤਾਰਾਂ ਕੇਸਕੀਆਂ ਤੇ ਕਿੱਥੋਂ ਮਹਾਰਾਜ ਦੀਆਂ ਬਖਸ਼ਿਸ਼ਾਂ ਬਚਣੀਆਂ ਨੇ। ਸਿੱਖੀ ਦਾ ਧੁਰਾ ਮਾਫ ਕਰਨਾ, ਅਸੀਂ ਕੋਈ ਪ੍ਰਚਾਰਕ ਨਹੀਂ ਹਾਂ। ਸਿੱਖੀ ਦਾ ਧੁਰਾ ਕੋਈ ਹੋਰ ਲੋਕ ਨਹੀਂ ਹਨ। ਵਾਸਤਵਿਕ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤੇ ਸਿੱਖੀ ਦਾ ਧੁਰਾ ਬੀਬੀਆਂ ਹਨ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਵਿੱਚ, ਬੱਚਿਆਂ ਵਿੱਚ, ਸੋ ਖਾਨਦਾਨ ਵਿੱਚ ਸਿੱਖੀ ਨੂੰ ਸੰਭਾਲ ਕੇ ਰੱਖਣਾ ਹੈ। ਇਹ ਤੇ ਸਾਰਾ ਭਾਰ ਉਹਨਾਂ ਦੇ ਮੋਢਿਆਂ ਤੇ ਹੈ ਨਾ। ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਕਿਵੇਂ ਉਹ ਸਿੱਖੀ ਸਿਦਕ ਦੀ ਅੱਗੇ ਪਰਪੱਕਤਾ ਤੇ ਚੜ੍ਹਦੀ ਕਲਾ ਲਈ ਉਹ ਕੁਛ ਕਰ ਦਿਖਾਉਂਦੀਆਂ ਹਨ। ਇਹ ਰਾਏ ਜੋਧ ਜੀ ਸਾਹਿਬ ਇਹ ਮਹਾਰਾਜ ਦੇ ਸ਼ਰਧਾਲੂ ਨਹੀਂ ਸਨ। ਇਹ ਮਹਾਰਾਜ ਨੂੰ ਇੱਕ ਰਾਜੇ ਠਾਠ ਬਾਠ ਤੇ ਬਹਾਦਰ ਯੋਧੇ ਵਜੋਂ ਹੀ ਵੇਖਦੇ ਸਨ, ਮਹਾਰਾਜ ਨੂੰ ਰਹਿਬਰ ਵਜੋਂ ਨਹੀਂ ਸਨ ਵੇਖਦੇ। ਤੇ ਇਹਨਾਂ ਦੇ ਘਰੋਂ ਸਿੱਖਣੀ ਨੇ ਸਮਝਾ ਕੇ ਵੀ ਨਹੀਂ, ਇਹ ਭੁਲੇਖਾ ਤੁਹਾਡੇ ਮਨ ਦਾ, ਤੇ ਭਾਵੇਂ ਤੁਸੀਂ ਤਮੰਨਾ ਕਰਕੇ ਦੇਖ ਲਓ। ਇਹਨੇ ਮਨ ਵਿੱਚ ਕੁਝ ਪਰਖਾਂ ਵੀ ਕੀਤੀਆਂ ਸਨ ਕਿ ਜੇ ਆਹ ਗੱਲ ਹੋ ਜੇ, ਆਹ ਮੇਰੇ ਮਨ ਦੀ ਭਾਵਨਾ ਬੁੱਝ ਲੈਣ ਮਹਾਰਾਜ, ਤੇ ਫਿਰ ਮੈਂ ਸਿਦਕੀ ਬਣਾ, ਆਹ ਬੁੱਝ ਲੈਣ ਤੇ ਫਿਰ ਸਿਦਕੀ ਬਣਾ। ਇਹਨੇ ਅਰਦਾਸਾਂ ਕਰਨੀਆਂ, ਮਹਾਰਾਜ ਤੁਸੀਂ ਭਾਣੇ ਵਿੱਚ ਰਹਿਣ ਵਾਲੇ ਹੋ, ਭਾਣਾ ਸਿਖਾਉਣ ਵਾਲੇ ਹੋ, ਕਰਾਮਾਤ ਨੂੰ ਕਹਿਰ ਕਹਿੰਦੇ ਹੋ, ਪਰ ਸਤਿਗੁਰੂ ਮੇਰੇ ਮਨ ਦੀ ਭਾਵਨਾ ਕਿ ਮੇਰੇ ਖਾਨਦਾਨ 'ਚ ਸਿੱਖੀ ਰਹੇ, ਮੇਰੇ ਪਰਿਵਾਰ 'ਚ ਸਿੱਖੀ ਰਵੇ। ਹੁਣ ਕਿਰਪਾ ਕਰਿਓ, ਇੱਥੇ ਨੇਮ ਨਾ ਵੇਖਿਓ, ਇੱਥੇ ਪ੍ਰੇਮ ਵੇਖਿਓ। ਨੇਮ ਤੇ ਤੁਹਾਡਾ ਇਹੋ ਹੀ ਨਾ, ਰਜਾ ਵਿੱਚ ਰਹਿਣਾ, ਸਧਾਰਨ ਕੌਤਕ ਕਰਨੇ, ਪਰ ਕਿਰਪਾ ਕਰ ਦਿਓ ਮਹਾਰਾਜ। ਇਹਦੀ ਭਾਵਨਾ ਨੂੰ ਪੂਰੀਆਂ ਕਰਨ ਵਾਸਤੇ ਮਾਨ ਨੇ ਇਹਦੇ ਖਾਨਦਾਨ ਵਿੱਚ ਸਿੱਖੀ ਦਿੱਤੀ ਸੀ। ਸਿੱਖੀ ਕਿਤੇ ਐਵੇਂ ਨਹੀਂ ਮਿਲਦੀ ਹੈ, ਤੇ ਨਾ ਮਹਾਰਾਜ ਨੂੰ ਕੋਈ ਲਾਲਚ ਹੈਗਾ ਕਿ ਲੋਕ ਮੇਰੇ ਸਿੱਖ ਬਣਨ, ਪਰਿਵਾਰਾਂ ਸਮੇਤ ਸਿੱਖ ਬਣਨ। ਮਹਾਰਾਜ ਨੂੰ ਕੋਈ ਲੈਣਾ ਦੇ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਦਾ ਕੁਛ ਘਟਦਾ ਵਾਧਾ ਨਹੀਂ ਹੈ। ਇਹ ਤਾਂ ਸਾਨੂੰ ਮੰਗ ਕੇ ਲੈਣੀ ਪੈਣੀ ਹੈ ਸਿੱਖੀ ਜਿਹੜੀ ਹੈ, ਤਰਲੇ ਮਾਰ ਕੇ ਲੈਣੀ ਪੈਣੀ ਜੇ ਆਪਾਂ ਆਪਣਾ ਪਰਲੋਕ ਸਵਾਰਨਾ ਚਾਹੁੰਦੇ ਹਾਂ, ਸਰੀਰ ਸਫਲਾ ਕਰਨਾ ਚਾਹੁੰਦੇ ਹਾਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰਾਏ ਜੋਧ ਜੀ ਸਾਹਿਬ ਤੋਂ ਰਾਜੇ ਸਨ। ਇਹਨਾਂ ਨੂੰ ਖਿਤਾਬ ਸੀ ਤੁਰਕਾਂ ਦੇ ਵੱਲੋਂ, ਪੁਸ਼ਤੈਨੀ ਰਾਜ ਸੀ, ਜਗੀਰਾਂ ਦੇ ਮਾਲਕ ਸਨ। ਇਹ ਮਹਾਰਾਜ ਦੇ ਸਿਦਕੀ ਹੋ ਗਏ ਨੇ ਹੁਣ ਇਹਨਾਂ ਦੇ ਘਰੋਂ ਬੀਬੀ ਦੀ ਪ੍ਰੇਰਨਾ ਦਾ ਸਦਕਾ। ਉਸ ਵੇਲੇ ਰਾਏ ਜੋਧ ਜੀ ਸਾਹਿਬ ਬੜੀ ਛੇਤੀ ਦੇ ਨਾਲ ਘੋੜੇ ਤੋਂ ਉਤਰੇ, ਮਹਾਰਾਜ ਦੇ ਸਰੀਰ ਵਿੱਚੋਂ ਵਗਦਾ ਹੋਇਆ ਖੂਨ ਤੱਕ ਕੇ ਤੇ ਬੰਦਤ ਪਪਟ ਰੀਤ ਪਲੀ। ਉਸ ਵੇਲੇ ਕਪੜਾ ਲੈ ਕੇ ਮਹਾਰਾਜ ਦਾ ਜ਼ਖਮ ਬੜੀ ਛੇਤੀ ਨਾਲ ਬੰਨ੍ਹ ਦਿੱਤਾ ਹੈ ਕਿ ਜ਼ਿਆਦਾ ਖੂਨ ਨਾ ਕਿਤੇ ਵਹਿ ਜਾਵੇ। ਗੁਰ ਸਿਗਰ ਤੁਰੰਗ ਚੜੇ ਰਣ ਮੈਂ। ਮਹਾਰਾਜ ਗਰੀਬ ਨਵਾਜ ਸਤਿਗੁਰੂ ਬੜੇ ਫੁਰਤੀਲੇ, ਚੜ੍ਹਦੀ ਕਲਾ ਦੇ ਦਾਤੇ ਸਤਿਗੁਰੂ, ਚੜ੍ਹਦੀ ਕਲਾ ਦੀ ਦਾਤ ਝੋਲੀ ਵਿੱਚ ਪਾਉਣ ਵਾਲੇ, ਢਹਿੰਦੀ ਕਲਾ ਨੂੰ ਦੂਰ ਕਰਨ ਵਾਲੇ ਗਰੀਬ ਨਵਾਜ ਘੋੜੇ ਤੇ ਅਸਵਾਰ ਹਨ, ਬੜੇ ਫੁਰਤੀਲੇ। ਮਹਿਮਾਨ ਤੇ ਘਾਬ ਲਗਿਓ ਤਨ ਮੈਂ। ਮਹਾਰਾਜ ਜ਼ਖਮ ਨੂੰ ਨਹੀਂ ਮੰਨਦੇ ਗਏ, ਕੋਈ ਪਰਵਾਹ ਨਹੀਂ ਕਰਦੇ। ਸਰੀਰ ਗਰਮਾਇਸ਼ ਵਿੱਚ ਹੈ, ਤਾਸੀਰ ਵਿੱਚ ਹੈ,
ਮਹਾਰਾਜ ਜ਼ਖਮਾਂ ਦੀ ਪਰਵਾਹ ਨਹੀਂ ਕਰਦੇ, ਪਰ ਸਿੱਖ ਜਿਹੜੇ ਬੜੀ ਪਰਵਾਹ ਕਰਦੇ ਹਨ। ਇਤਨੇ ਮਹਿ ਕੰਬਰ ਬੇਗ ਆਇਓ, ਤੇ ਇੰਨੇ ਸਮੇਂ ਨੂੰ ਕੰਬਰ ਬੇਗ ਜੋ ਹੈ ਲੱਲਾ ਬੇਗ ਦਾ ਭਰਾ ਉਹ ਆ ਗਿਆ। ਉਹ ਸੂਰਨ ਕੋ ਨਿਜ ਸੰਗ ਲਿਓ, ਤੇ ਬਹੁਤ ਸੂਰਮੇ ਭਾਵ 500 ਯੋਧਾ ਚੁਣ ਕੇ ਆਪਣੇ ਨਾਂ ਲਗਾਇਆ। ਇਹ ਕਰ ਜੋਰ ਕਯੋ ਤਬ ਜੋਧ ਬਲੀ, ਉਸ ਵੇਲੇ ਜੋਧ ਬਲੀ ਰਾਏ ਜੋਧ ਜੀ ਸਾਹਿਬ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖਲੋ ਗਏ। ਰਣ ਆਪ ਬਿਲੋਕ ਹੋ ਰੀਤ ਪਲੀ, ਤੇ ਮਹਾਰਾਜ ਨੂੰ ਕਿਹਾ ਸਤਿਗੁਰੂ ਹੁਣ ਮੇਰੀ ਤਮੰਨਾ ਵੀ ਤੁਸੀਂ ਜੂਝ ਲਿਆ ਹੈ, ਹੁਣ ਤੁਸੀਂ ਇਹ ਆਨੰਦ ਵੇਖੋ ਤੇ ਹੋਰ ਕਿਰਪਾ ਕਰਕੇ ਬਚਨ ਫਰਮਾ ਦਿਓ। ਮੁਝ ਆਇਸ ਦੇਹੁ ਸੰਘਾਰ ਕਰੋ, ਮਹਾਰਾਜ ਮੈਨੂੰ ਆਗਿਆ ਦਿਓ। ਰਾਜੇ ਲੋਕ ਕਦੀ ਮੈਦਾਨੇ ਜੰਗ ਵਿੱਚ ਆਪ ਨਹੀਂ ਜਾਂਦੇ ਹਨ, ਭਾਵੇਂ ਆਪਣੀਆਂ ਜ਼ਗੀਰਾਂ ਦਾ ਮਾਮਲਾ ਕਿਉਂ ਨਾ ਹੋਵੇ, ਆਪ ਨਹੀਂ ਕਦੇ ਜਾਂਦੇ। ਰਾਜਾ ਮਰ ਗਿਆ ਤੇ ਪਿਆਂਦਿਆਂ ਦੀ, ਹਾਥੀ ਘੋੜਿਆਂ ਰਾਣੀਆਂ ਦੀ ਕੀ ਵੈਲਿਊ ਹੈ ਭਲਾ? ਪਰ ਇੱਥੇ ਸਿਦਕ ਦੀਆਂ ਗੱਲਾਂ ਨੇ, ਇੱਥੇ ਫਿਰ ਰਾਜ ਭਾਗ ਦਾ ਵੀ ਤਿਆਗ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਕੁਛ ਵੀ ਨਹੀਂ ਚਾਹੀਦਾ। ਰਾਏ ਜੋਧ ਜੀ ਸਾਹਿਬ ਹੁਣ ਦਲੇਰੀ ਵਿਖਾਉਂਦੇ ਨੇ, ਮਹਾਰਾਜ ਸੈਨਾਪਤ ਦਾ ਭਰਾ ਆ ਰਿਹਾ ਹੈ, ਮੈਨੂੰ ਪਤਾ ਹੈ ਆਪ ਜੀ ਦੀ ਇੱਛਾ ਹੈ ਜੂਝਣ ਦੀ, ਪਰ ਮਹਾਰਾਜ ਇਹ ਛੋਟਾ ਜਿਹਾ ਕਾਰਜ ਆ, ਕਿਤੇ ਮੇਰੇ ਤੋਂ ਕਰਾ ਲਵੋ ਤੇ ਮੇਰਾ ਵੀ ਨਾਮ ਰਹਿ ਜਾਵੇ। ਸੁਰ ਕਾਨ ਮਹਾਰਿਪ ਤੇਜ ਹਰੋ, ਮਹਾਰਾਜ ਇਹ ਤੁਹਾਡੀ ਬਖਸ਼ਿਸ਼ ਹੋ ਜਾਵੇ, ਇਹ ਤੁਰਕੜੇ ਖਚਾ ਖਚ ਵੱਢ ਕੇ ਰੱਖ ਦਿਆਂਗਾ। ਇੱਕ ਦੂਤ ਸਬੂਜਣ ਕੀਨ ਤਬੈ, ਉਸ ਵੇਲੇ ਮਾਰ ਨੇ ਹਸਨ ਖਾਂ ਦੂਤ ਜੋ ਮਹਾਰਾਜ ਦਾ ਸਿੱਖ ਹੋ ਗਿਆ ਸੀ, ਸੂਹ ਦੇਣ ਵਾਲਾ, ਇਹਦੇ ਤਾਈ ਮਾਰਨ ਨੇ ਪੁੱਛਿਆ, ਅੰਤਰਜਾਮੀ ਨੇ ਮਰਜ਼ਾਦਾ ਨਿਭਾਈ ਹੈ, ਇਹ ਕੌਣ ਆਇਓ ਰਣ ਹੇਤ ਅਬੈ। ਮਹਾਰਾਜ ਕਹਿ ਲਗੇ ਹਸਨ ਖਾਂ ਆ ਸਾਹਮਣੇ ਕੌਣ ਤੁਰਿਆ ਆਉਂਦਾ, ਸਾਨੂੰ ਵੀ ਦੱਸ ਭਾਈ। ਕਰ ਜੋਰ ਉਚਾਰਨ ਦੂਤ ਕਰੀ, ਉਸ ਵੇਲੇ ਹੱਥ ਜੋੜ ਕੇ ਇਸ ਦੂਤ ਹਸਨ ਖਾਨ ਨੇ ਆਖਿਆ, ਸੁਣੀਏ ਗੁਰ ਪੀਰ ਰਪੂਨ ਹਰੀ, ਇਹ ਰਿਪੂਆਂ ਨੂੰ ਹਰਨ ਵਾਲੇ, ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਗੁਰੂ ਪੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਣੋ। ਇਹ ਕੰਬਰ ਬੇਗ ਸੋ ਬੇਗ ਆਇਓ, ਕਿਆ ਮਹਾਰਾਜ ਇਹ ਕੰਬਰ ਬੇਗ ਨਾਉ ਹੈ ਜਿਹੜਾ ਕਾਲੀ ਨਾਲ ਤੁਰਿਆ ਆਉਂਦਾ ਹੈ। ਭਗਨੀ ਸੁਤ ਮਾਰਤ ਕੋਪ ਪਇਓ, ਔਰ ਕਿਹਾ ਕਿ ਇਹਦੀ ਭੈਣ ਦਾ ਪੁੱਤ ਮਾਰਤਾ ਤੁਸਾਂ ਨੇ ਕਾਬਲ ਬੇਗ, ਸ਼ਾਇਦ ਉਹਦਾ ਬਦਲਾ ਲੈਣ ਵਾਸਤੇ ਆਇਆ। ਖੂਨ ਦਾ ਬਦਲਾ ਖੂਨ ਇਹਨਾਂ ਦੀ ਰੀਤੀ ਹੈ। ਲਗ ਪ੍ਰਾਤ ਲਖੋ ਇਹ ਬੇਗ ਲਲਾ, ਤੇ ਮਹਾਰਾਜ ਇਹ ਲਲਾ ਬੇਗ ਦਾ ਸਕਾ ਭਰਾ ਹੈ, ਜਾਣ ਲਵੋ। ਮਰ ਹੈ ਅਬ ਸੰਗਰ ਠਾਨ ਭਲਾ, ਔਰ ਕਿਆ ਮਹਾਰਾਜ ਮੈਂ ਜਾਣਦਾ ਹਾਂ ਕਿ ਮੈਦਾਨੇ ਜਾ ਕੇ ਵਿੱਚ ਮਰ ਜਾਵੇਗਾ ਪਰ ਭੱਜੇਗਾ ਨਹੀਂ, ਐਸਾ ਬਹਾਦਰ ਹੈ ਇਹ। ਸੁਨ ਸ੍ਰੀ ਗੁਰ ਆਇਸ ਦੇਤ ਪਏ, ਸੁਣ ਕਰਕੇ ਸਤਿਗੁਰੂ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਗਿਆ ਦੇਣ ਲੱਗੇ ਹਨ। ਤੁਮ ਜੋਧ ਬਲੀ ਬੜ ਜੁਧ ਕਏ, ਮਹਾਰਾਜ ਕਹਿਣ ਲੱਗੇ ਰਾਏ ਜੋਧ ਜੀ ਸਾਹਿਬ ਜਾਓ, ਫਿਰ ਜੇ ਤੁਹਾਡੇ ਮਨ ਦੀ ਤਮੰਨਾ ਇੱਛਾ ਹੈ ਜੰਗ ਯੁੱਧ ਮਚਾਉਣ ਦੀ ਤੇ ਜਾਓ, ਗੁਰੂ ਨਾਨਕ ਰਾਖਾ ਹੈ ਭਾਈ। ਹੱਥ ਲੇਹੋ ਇਸੇ ਜਸ ਪਾਏ ਪਲੋ, ਮਹਾਰਾਜ ਕਹਿਣ ਲੱਗੇ ਨੂੰ ਮਾਰ ਲਵੋ ਭਾਈ ਤੇ ਜਸ ਪਾ ਲਵੋ, ਤੁਹਾਡਾ ਜਸ ਹੋਵੇਗਾ ਸੰਸਾਰ ਤੇ। ਗੁਰਬਾਕ ਸੁਨੇ ਹੁਲਸਾਏ ਚਲੋ, ਉਸ ਵੇਲੇ ਮਹਾਰਾਜ ਦਾ ਬਚਨ ਸੁਣਿਆ ਤੇ ਬੜੇ ਉਤਸ਼ਾਹ ਵਿੱਚ ਚੱਲ ਪਏ ਹਨ ਰਾਏ ਜੋਧ ਜੀ ਸਾਹਿਬ। ਬਹੁ ਸੈਨ ਪਠੀ ਪਸਚਾਤ ਤਿਸੇ, ਇਹਦੇ ਪਿੱਛੇ ਬਹੁਤ ਸਾਰੀ ਸੈਨ 500 ਸੂਰਮਾ ਭੇਜਿਆ। ਚਲ ਜਾਤ ਹਤੈ ਤੁਪਕਾਨ ਰਿਸੇ, ਤੇ ਸਾਹਮਣੇ ਤੁਰੇ ਜਾਂਦੇ ਸਭ ਤੋਂ ਪਹਿਲਾਂ ਗੋਲੀਆਂ ਤੇ ਤੀਰਾਂ ਦਾ ਵਾਰ ਕਰਦੇ ਹਨ। ਵਿਚਰੇ ਬਰਬੀਰ ਸੋ ਅਗਰ ਪਏ, ਇਸ ਪ੍ਰਕਾਰ ਬੜੇ ਬੜੇ ਬਹਾਦਰ ਯੋਧੇ ਜੁਝਾਰੂ ਜੋ ਹਨ ਉਹ ਅੱਗੇ ਆ ਗਏ ਹਨ ਮੈਦਾਨੇ ਜੰਗ ਵਿੱਚ ਜੂਝਣ ਦੇ ਵਾਸਤੇ। ਤਜ ਟੋਲ ਤੁਫਾਂਗ ਨਿਛੋੜ ਦੀਏ, ਉਸ ਵੇਲੇ ਇਹਨਾਂ ਨੇ ਆਪਣੇ ਜੱਥੇ ਜਿਹੜੇ ਹਨ ਉਹ ਛੱਡ ਦਿੱਤੇ ਹਨ ਤੇ ਅੱਗੇ ਨੂੰ ਵੱਧ ਕੇ ਆ ਗਏ ਨੇ, ਦਲੇਰੀ ਕਰਦੇ ਹਨ ਮਰਦ ਜਵਾਨ। ਕੜ ਕਾਰਨ ਕੇ ਬੜਨਾਦ ਉਠੇ, ਇਸ ਵੇਲੇ ਸਭ ਤੋਂ ਪਹਿਲਾਂ ਬੰਦੂਕਾਂ ਦਾ ਯੁੱਧ, ਇਹ ਪੁਰਾਣੀ ਤਰਤੀਬ ਸੀ ਸਾਧ ਸੰਗਤ ਜੀ। ਜਦੋਂ ਦੁਸ਼ਮਣ ਦੂਰ ਹੁੰਦਾ ਸੀ ਬੰਦੂਕਾਂ ਤੇ ਤੀਰਾਂ ਦੇ ਨਾਲ ਵਾਰ ਹੋਇਆ ਕਰਦੇ ਸਨ। ਜੇ ਦੁਸ਼ਮਣ ਹੋਰ ਨੇੜੇ ਆ ਜਾਂਦਾ ਸੀ ਫਿਰ ਘੋੜੇ ਤੇ ਸਵਾਰ ਹੋ ਕੇ ਬਰਛਾ ਤੇ ਤਲਵਾਰ ਇਤਿਆਦਿਕ ਦੇ ਨਾਲ ਜੂਝਿਆ ਜਾਂਦਾ ਸੀ। ਜਦੋਂ ਫਿਰ ਮੁੱਠਭੇੜ ਹੁੰਦੀ ਸੀ ਫਿਰ ਕੱਲੀ ਤਲਵਾਰ ਚੱਲਦੀ ਸੀ। ਜੇ ਹੋਰ ਵੀ ਜ਼ਿਆਦਾ ਭੀੜ ਭੜੱਕਾ ਮੱਚ ਜਾਂਦਾ ਸੀ ਫਿਰ ਕਰਦਾਂ, ਕਟਾਰਾਂ, ਕਿਰਚਾਂ ਇਹਨਾਂ ਦੇ ਨਾਲ ਕਈ ਵਾਰੀ ਮੁੱਕਿਆਂ ਦਾ, ਲਫੇੜਿਆਂ ਦਾ ਵੀ ਯੁੱਧ ਹੋਇਆ ਕਰਦਾ ਸੀ। ਐਸੇ ਐਸੇ ਬਹਾਦਰ ਲੋਕ ਵੀ ਹੋਇਆ ਕਰਦੇ ਸਨ ਕਿ ਚਪੇੜ ਮਾਰ ਕੇ ਮਰਦ ਨੂੰ, ਸਾਹਮਣੇ ਵਾਲੇ ਨੂੰ ਮਾਰ ਦਿਆ ਕਰਦੇ ਸਨ। ਇਹ ਕਲਾ ਜਿਹੜੀ ਸੀ ਗੁਰਸਿੱਖਾਂ ਵਿੱਚ ਦੇਖਣ ਨੂੰ ਮਿਲਦੀ ਸੀ। ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਤੇ ਪੈਂਦੇ ਖਾਂ ਮਹਾਰਾਜ ਦਾ ਜਿਹੜਾ ਪਾਲਿਆ ਹੋਇਆ ਬਹਾਦਰ ਸੀ, ਇਹ ਚਪੇੜ ਮਾਰ ਕੇ ਹੀ ਬੌਂਦਲਾ ਕੇ ਰੱਖ ਦਿੰਦਾ ਸੀਗਾ। ਇੱਕ ਚਪੇੜ ਮਾਰਨੀ ਅਗਲੇ ਨੇ ਬੌਂਦਲ ਜਾਣਾ, ਦੂਸਰੀ ਮਾਰਨੀ ਨੱਕ ਤੇ, ਉਹ ਨਸ ਫਟ ਜਾਂਦੀ ਸੀ, ਨਸੀੜ ਫੁੱਟ ਜਾਂਦੀ ਸੀ। ਵੱਡੇ ਵੱਡੇ ਯੋਧੇ ਜਿਹੜੇ ਸਨ ਉਹ ਗਿਰ ਜਾਂਦੇ ਸਨ।
ਇਹ ਤਰਤੀਬ ਸੀ ਮੈਦਾਨੇ ਜੰਗ ਦੀ। ਅਜੇ ਸੂਰਮੇ ਥੋੜਾ ਦੂਰੀ ਤੇ ਹਨ, ਵਕਫੇ ਤੇ ਹਨ, ਤੇ ਇਸ ਕਰਕੇ ਬੰਦੂਕਾਂ ਦੀ ਲੜਾਈ ਹੈ। ਲਗ ਗੋਰਨ ਤੇ ਤਰਸੂਰ ਲੁਠੇ, ਉਸ ਵੇਲੇ ਗੋਲੀਆਂ ਚੱਲਦੀਆਂ ਨੇ ਤੇ ਵੱਡੇ ਵੱਡੇ ਜੁਝਾਰੂ ਜਿਹੜੇ ਹਨ ਉਹ ਘੋੜਿਆਂ ਤੋਂ ਡੇਗ ਕੇ ਸ਼ਹੀਦ ਹੋ ਰਹੇ। ਤਬ ਜੋਦਰ ਕੰਬਰ ਬੇਗ ਪਿਰੇ, ਇੰਨੇ ਸਮੇਂ ਨੂੰ ਰਾਏ ਜੋਧ ਜੀ ਸਾਹਿਬ ਤੇ ਕੰਬਰ ਬੇਗ, ਲਲਾ ਬੇਗ ਦਾ ਸੈਨਾਪਤ ਦਾ ਭਰਾ ਤੇ ਛੋਟਾ ਸੈਨਪਤ, ਇਹ ਦੋਨੇ ਆਪਸ ਵਿੱਚ ਜੂਝਣ ਲੱਗੇ ਹਨ। ਹੋਏ ਸੰਮੁਖ ਤੇਜ ਤੁਰੰਗ ਕਰੇ, ਉਸ ਵੇਲੇ ਸਾਹਮਣੇ ਆਏ ਹਨ। ਇਹਨਾਂ ਨੇ ਆਪਣੇ ਆਪਣੇ ਘੋੜੇ ਇੱਕ ਦੂਸਰੇ ਵੱਲ ਤੇਜ਼ ਕਰ ਲਏ ਹਨ। ਤੂੰ ਔਰਨ ਤੀਰ ਚਲਾਵਤ ਹੈ, ਤੇ ਦੋਨਾਂ ਪਾਸਿਆਂ ਤੋਂ ਤੀਰ ਚਲਾਉਂਦੇ ਹਨ। ਇਧਰੋਂ ਮਰਦ ਜਵਾਨ ਗੁਰੂ ਕੇ ਗੁਰਸਿੱਖ, ਉਧਰੋਂ ਤੁਰਕ ਜੋ ਹਨ। ਹੈ ਕੋ ਚਪਲਾਏ ਬਚਾਵਤ ਹੈ, ਔਰ ਇਸ ਪ੍ਰਕਾਰ ਆਪਣਾ ਆਪ ਬਚਾ ਕੇ ਤੇ ਦੂਸਰੇ ਨੂੰ ਤੀਰ ਦੇ ਨਾਲ ਵਿੰਨਣ ਵਾਸਤੇ ਇਹ ਤੀਰ ਚਲਾਉਂਦੇ ਨੇ ਕਿ ਆਪਣਾ ਬਚਾਅ ਵੀ ਹੋ ਜਾਵੇ ਤੇ ਸਾਹਮਣੇ ਵਾਲਾ ਮਰ ਵੀ ਜਾਵੇ। ਤਨ ਤਾਨ ਤੇ ਕਾਣ ਛੁਵਾਵਤ ਹੈ। ਕਵੀ ਜੀ ਕਹਿੰਦੇ ਗੁਰੂ ਕੇ ਸਿੱਖ ਤੀਰ ਚਲਾਉਣ ਵਿੱਚ ਐਨੇ ਉਹ ਸਿਆਣੇ ਹਨ, ਨਿਪੁੰਨ ਹਨ, ਇੰਨੀ ਤਰਤੀਬ ਮਹਾਰਾਜ ਨੇ ਉਹਨਾਂ ਨੂੰ ਸਿਖਾਈ ਹੋਈ ਹੈ ਕਿ ਖੱਬਾ ਹੱਥ ਜਿਹੜਾ ਹੈ ਉਹਨੂੰ ਬਿਲਕੁਲ ਸਿੱਧਿਆਂ ਕਰ ਲੈਂਦੇ ਹਨ ਤੇ ਸੱਜੇ ਹੱਥ ਦੇ ਨਾਲ ਤੀਰ ਦੀ ਤੰਦੀ ਕੰਨ ਤੱਕ ਖਿੱਚ ਲੈਂਦੇ ਹਨ। ਕਰ ਪੂਰਨ ਸਤਰੂ ਤਕਾਵਤ ਹੈ, ਔਰ ਤੀਰ ਨੂੰ ਐਸਾ ਉਹ ਸ਼ਤਰੂ ਦੇ ਵੱਲ ਤੱਕਦੇ, ਐਸਾ ਨਿਸ਼ਾਨਾ ਤੱਕਦੇ ਹਨ। ਔਰ ਰੋਸ ਪਰੇ ਲਲਕਾਰਤ ਹੈ, ਔਰ ਹਿਰਦੇ ਵਿੱਚ ਵੱਡਾ ਭਾਰੀ ਰੋਸ ਹੈ ਤੇ ਲਲਕਾਰ ਕੇ ਮਾਰਦੇ ਨੇ, ਕੋਈ ਪਿੱਠ ਪਿੱਛੇ ਵਾਰ ਨਹੀਂ ਕਰਦੇ ਹਨ। ਬਟ ਅਗਰ ਵਿਦੈ ਤਿਸ ਮਾਰਤ ਹੈ, ਜਿਹੜਾ ਕੋਈ ਮਰਦ ਜਵਾਨ ਸੂਰਮਾ ਸਾਹਮਣੇ ਆ ਜਾਂਦਾ ਹੈ ਉਹਨੂੰ ਝਟਕਾ ਕੇ ਰੱਖ ਦਿੰਦੇ ਨੇ ਤੀਰ ਦੇ ਨਾਲ। ਉਤ ਕੰਬਰ ਬੇਗਰ ਜੋਧ ਬਲੀ, ਉਧਰ ਕੰਬਰ ਬੇਗ ਜੋ ਬਹੁਤ ਵੱਡਾ ਬਹਾਦਰ ਜੁਝਾਰੂ ਹੈ। ਸਰ ਛੋੜਨ ਕੀ ਬਿਤ ਜਾਣ ਪਲੀ, ਕਵੀ ਜੀ ਕਹਿੰਦੇ ਜਿਹਨੂੰ ਤੀਰ ਚਲਾਉਣ ਦੀ ਬੜੀ ਤਰਤੀਬਤ ਹੈ, ਇੰਨਾ ਉਹ ਜੁਝਾਰੂ ਹੈ ਤੀਰ ਚਲਾਉਣ ਵਿੱਚ ਕਿ ਕਈਆਂ ਦੀਆਂ ਛਾਤੀਆਂ ਵਿੰਨਣ ਦਾ ਉਹ ਦਮ ਰੱਖਦਾ ਹੈ। ਜਿਸ ਕੇ ਤਨ ਮੈਂ ਤਕ ਮਾਰਤ ਹੈ, ਕਵੀ ਜੀ ਕਹਿੰਦੇ ਹੈ ਗੁਰੂ ਕਾ ਇਤਿਹਾਸ, ਇਹਦੇ ਵਿੱਚ ਝੂਠ ਕੁਛ ਨਹੀਂ। ਜਿੱਥੇ ਖਾਲਸੇ ਦੀ ਹਾਰ ਵੀ ਹੋਈ ਹੈ, ਜਿੱਥੇ ਮਰੇ ਸ਼ਹੀਦ ਹੋਏ ਨੇ, ਹੋਏ ਹਨ। ਕਹਿੰਦੇ ਕੰਬਰ ਬੇਗ ਜਿਹਨੂੰ ਵੀ ਤੀਰ ਦਾ ਨਿਸ਼ਾਨਾ ਤੱਕ ਕੇ ਵਾਰ ਕਰਦਾ ਹੈ ਤੇ ਉਹਦਾ ਚੱਲਿਆ ਹੋਇਆ ਵਾਰ ਸਰੀਰਾਂ ਨੂੰ ਵਿੰਨ ਕੇ ਪਾਰ ਹੁੰਦਾ ਹੈ। ਬਿਨ ਪ੍ਰਾਨ ਕਰੇ ਤਰ ਡਾਰਤ ਹੈ, ਔਰ ਬਹੁਤ ਸਾਰੇ ਗੁਰਸਿੱਖੋਂ ਨੇ ਬਿਨ ਪ੍ਰਾਣ ਕਰੇ, ਪ੍ਰਾਣਾ ਤੋਂ ਬਿਨਾ ਕਰ ਦਿੱਤੇ ਨੇ, ਭਾਵ ਸ਼ਹੀਦ ਕਰ ਦਿੱਤੇ ਨੇ। ਸੱਚ ਤਾਂ ਸੱਚ ਹੈ ਭਾਈ। ਲਗ ਤੀਰ ਸਰੀਰਨ ਫੋਰਤ ਹੈ, ਕਹਿੰਦੇ ਇਹਦੇ ਤੀਰ ਚੱਲਦੇ ਹੋਏ ਸਰੀਰਾਂ ਨੂੰ ਵਿੰਨ ਕੇ ਰੱਖ ਦਿੰਦੇ। ਕਰ ਸਿਗਰ ਖਤੰਗਣ ਛੋਰਤ ਹੈ, ਬੜੀ ਛੇਤੀ ਦੇ ਨਾਲ ਇਹ ਕੰਬਰ ਬੇਗ ਜਿਹੜਾ ਹੈ ਸੋ ਕਮਾਨ ਵਿੱਚੋਂ ਤੀਰ ਛੱਡਦਾ ਹੈ, ਪੱਥਾ ਭਰਿਆ ਹੋਇਆ ਇਹਨੇ। ਜਿਮ ਜੋਤ ਪ੍ਰਹਾਰਤ ਬਾਨ ਕਨੇ, ਇੱਧਰ ਗੁਰੂ ਕੇ ਗੁਰਸਿੱਖ ਰਾਏ ਜੋਧ ਜੀ ਸਾਹਿਬ ਉਹ ਵੀ ਕਿਸੇ ਤੋਂ ਘੱਟ ਨਹੀਂ ਹਨ, ਉਹ ਵੀ ਤੀਰਾਂ ਦਾ ਵਾਰ ਕਰਦੇ ਹਨ। ਤਿਮ ਕੰਬਰ ਬੇਗ ਵਿਸਾਲ ਹਨੇ, ਤੇ ਇੱਧਰੋਂ ਕੰਬਰ ਬੇਗ ਜਿਹੜਾ ਹੈ ਉਹਨੇ ਵੀ ਬੜੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਹੈ। ਕਰ ਹੇਲਤ ਘੇਲਤ ਪੇਲਣ ਕੋ, ਕਹਿੰਦੇ ਇਸ ਤਰ੍ਹਾਂ ਹੱਲਾ ਕਰਦੇ ਹਨ, ਇੱਕ ਦੂਜੇ ਨੂੰ ਧਕੇਲਦੇ ਹਨ, ਪਿੱਛੇ ਧਕੇਲਦੇ ਨੇ ਤੀਰਾਂ ਦੇ ਨਾਲ। ਇੱਕ ਠੇਲਤ ਹਵੈ ਡਿਡ ਝੇਲਣ ਕੋ, ਕਹਿੰਦੇ ਇਸ ਪ੍ਰਕਾਰ ਦੂਸਰੇ ਦਾ ਵਾਰ ਝੱਲਦੇ ਹਨ ਤੇ ਆਪਣਾ ਵਾਰ ਜੋ ਹਨ ਉਹ ਕਰਦੇ ਨੇ ਬੜੇ ਦ੍ਰਿੜ ਹੋ ਕੇ, ਬੜੇ ਮਜ਼ਬੂਤ ਹੋ ਕੇ, ਚੜ੍ਹਦੀ ਕਲਾ ਦੇ ਸਹਿਤ। ਜਬ ਸਤਰੂ ਅਰੇ ਇੱਕ ਟਿਕ ਜੰਗ ਗਇਓ, ਜਦੋਂ ਇਸ ਤਰ੍ਹਾਂ ਸ਼ਤਰੂ ਦੁਸ਼ਮਣ ਜਿਹੜੇ ਹਨ ਉਹ ਅੜ ਗਏ ਹਨ ਤੇ ਮੈਦਾਨੇ ਜੰਗ ਜਿਹੜਾ ਹੈ ਪੂਰੀ ਤਰ੍ਹਾਂ ਭਖ ਚੁੱਕਿਆ, ਟਿਕ ਚੁੱਕਿਆ ਹੈ। ਜਿਤ ਦੂਰ ਤੁਫੰਗਨ ਛੋੜ ਦਿਓ, ਤੇ ਕਿਧਰੋਂ ਕੋਈ ਦੂਰ ਹੋ ਕੇ ਬੰਦੂਕ ਛੱਡਦਾ ਹੈ, ਕਿਧਰੋਂ ਕੋਈ ਦੂਰ ਹੋ ਕੇ ਤੀਰਾਂ ਦਾ ਵਾਰ ਕਰਦਾ, ਕੋਈ ਢਾਲ ਦੇ ਨਾਲ ਬਚਾਉਂਦਾ ਹੈ। ਤਬ ਕੰਬਰ ਬੇਗ ਬਿਲੰਦ ਕੁਪਿਓ, ਉਸ ਵੇਲੇ ਕੰਬਰ ਬੇਗ ਨੇ ਦੇਖਿਆ ਕਿ ਸਿੱਖ ਤੇ ਮੈਂ ਸ਼ਹੀਦ ਕਰ ਰਿਹਾ ਹਾਂ, ਪਰ ਜਿੰਨੇ ਮੈਨੂੰ ਕਰਨੇ ਚਾਹੀਦੇ ਨੇ ਉਨੀ ਗੱਲ ਕੋਈ ਨਹੀਂ ਬਣ ਰਹੀ। ਆਪਣੀ ਹਾਰ ਜਾਣ ਕੇ ਕ੍ਰੋਧ ਵਿੱਚ ਆ ਗਿਆ। ਮੁਖ ਲਾਲ ਵਿਸਾਲ ਕਰਾਲ ਰੁਪਿਓ, ਔਰ ਮੂੰਹ ਇਹਦਾ ਲਾਲ ਹੋ ਗਿਆ, ਬੜੇ ਗੁੱਸੇ ਵਿੱਚ ਆਇਆ, ਤੈਸ਼ ਵਿੱਚ ਆਇਆ ਹੈ। ਕਰ ਅਗਰ ਤੁਰੰਗ ਨਚਾਵਤ ਹੈ, ਉਸ ਵੇਲੇ ਆਪਣੇ ਘੋੜੇ ਨੂੰ ਅੱਗੇ ਕੀਤਾ ਹੈ ਤੇ ਛਾਲਾਂ ਮਰਾਉਂਦਾ ਹੈ ਘੋੜਾ, ਬੜਾ ਨੱਚਦਾ ਟੱਪਦਾ ਮੋਰ ਦੀ ਤਰ੍ਹਾਂ। ਲਲਕਾਰਤ ਬੀਤ ਲਰਾਵਤ ਹੈ, ਉਸ ਵੇਲੇ ਲਲਕਾਰਦਾ ਹੈ ਤੇ ਆਪਣੇ ਬਹਾਦਰਾਂ ਨੂੰ ਵੀ ਲਲਕਾਰਦਾ ਕਿ ਖਾਨਜ਼ਾਦਿਓ ਮੈਦਾਨੇ ਜੰਗ ਵਿੱਚ ਮਰਦਾਂ ਦੀ ਤਰ੍ਹਾਂ ਜੂਝੋ, ਤੁਹਾਡੇ ਵਿੱਚੋਂ ਜਿਹੜਾ ਪਿੱਛੇ ਆਇਆ ਉਹਦੀ ਹਿੱਕ ਵਿੱਚ ਮੈਂ ਤੀਰ ਮਾਰਾਂਗਾ।
ਆਪਣਿਆਂ ਨੂੰ ਵੀ ਲਲਕਾਰਦਾ ਤੇ ਗੁਰਸਿੱਖਾਂ ਨੂੰ ਵੀ ਲਲਕਾਰਦਾ ਕਿ ਆ ਜਾਓ ਸਾਹਮਣੇ। ਬਦ ਅਗਰ ਬਿਲੋਕਤ ਜੋਧ ਜਹਾਂ। ਕਹਿੰਦੇ ਇਸ ਪ੍ਰਕਾਰ ਰਾਏ ਜੋਧ ਜੀ ਸਾਹਿਬ ਉਹਨਾਂ ਨੇ ਦੇਖਿਆ ਕਿ ਇਹ ਬਹਾਦਰ ਯੋਧਾ ਅੱਗੇ ਆ ਗਿਆ ਹੈ। ਕਰ ਤੀਰਨ ਕੀ ਬਰਖਾ ਸੁਤਹਾਂ। ਉਸ ਵੇਲੇ ਇੱਕ ਵਾਰੀ ਤੀਰਾਂ ਦਾ ਮੀਂਹ ਵਰਾ ਦਿੱਤਾ ਗੁਰੂ ਕੇ ਗੁਰਸਿੱਖ ਰਾਏ ਜੋਧ ਜੀ ਸਾਹਿਬ ਜੀ ਨੇ। ਜਬ ਕੇਤਕ ਸੂਰ ਗਿਰਾਏ ਦਿਏ। ਉਸ ਵੇਲੇ ਬਹੁਤ ਸਾਰੇ ਤੁਰਕਾਂ ਦੇ ਸੂਰਮੇ ਘੋੜਿਆਂ ਤੇ ਅਸਵਾਰ ਜੋ ਸਨ ਉਹ ਧਰਤੀ ਤੇ ਸੱਟ ਦਿੱਤੇ ਹਨ। ਕਰ ਹੇਲ ਵਿਸਾਲ ਸੁਨੇਰ ਕੀਏ। ਉਸ ਵੇਲੇ ਹੱਲਾ ਕੀਤਾ ਹੈ ਤੇ ਨੇੜੇ ਹੋ ਗਏ ਹਨ ਹੋਰ। ਤਬ ਜੋਧ ਕੁਪਿਓ ਨ ਸਹਾਰ ਸਕਿਓ। ਉਸ ਵੇਲੇ ਰਾਏ ਜੋਧ ਜੀ ਸਾਹਿਬ ਵੀ ਵੀਰ ਰਸ ਵਿੱਚ ਆ ਗਏ ਨੇ। ਉਧਰੋਂ ਕੰਬਰ ਬੇਗ ਹੀ ਤਵੈਸ਼ ਵਿੱਚ ਆਇਆ ਹੋਇਆ ਹੈ। ਦ੍ਰਿਗ ਲਾਲ ਕਰੇ ਔਰ ਤੱਕਿਓ। ਤੇ ਉਸ ਵੇਲੇ ਉਹ ਵੀ ਗੁੱਸੇ ਨਾਲ ਦੇਖਦਾ ਹੈ ਤੇ ਰਾਏ ਜੋਧ ਜੀ ਸਾਹਿਬ ਉਹ ਵੀ ਬੜੇ ਵੀਰ ਰਸ ਵਿੱਚ ਹਨ, ਨੇਤਰ ਲਾਲ ਕੀਤੇ ਹੋਏ ਹਨ। ਨਿਜ ਸੇਵਕ ਤੇ ਖਰਸਾਂਗ ਲਈ। ਉਸ ਵੇਲੇ ਤੀਰ ਚਲਾਉਣੇ ਛੱਡ ਦਿੱਤੇ ਹਨ, ਪੱਥਾ ਤੇ ਕਮਾਨ ਤੇ ਤੀਰ ਇਹ ਰੱਖ ਦਿੱਤੇ ਹਨ। ਜਿਹੜਾ ਉਹਨਾਂ ਦਾ ਵਿਸ਼ੇਸ਼ ਸਾਥੀ ਸੀ ਉਹਦੇ ਪਾਸੋਂ ਤਿੱਖੀ ਤਲਵਾਰ ਫੜ ਲਈ ਹੈ ਹੁਣ। ਜਿਸ ਮੈਂ ਬਹੁ ਭਾਰ ਹੈ ਲੋਹ ਮਈ। ਤੇ ਕਵੀ ਜੀ ਕਹਿੰਦੇ ਜੋ ਤਲਵਾਰ ਬਹੁਤ ਭਾਰੀ ਹੈ, ਵਾਰ ਰੋਕਣ ਤੇ ਕਰਨ ਦੇ ਬਹੁਤ ਵੱਡਾ ਸਮਰੱਥ ਹੈ ਤਲਵਾਰ। ਨਿਜ ਹੱਥ ਗਹੀ ਬੋ ਤੋਲਤ ਹੈ। ਉਸ ਵੇਲੇ ਉਹ ਤਲਵਾਰ ਆਪਣੇ ਹੱਥ ਵਿੱਚ ਲਈ ਹੈ ਤੇ ਉਸ ਤਲਵਾਰ ਨੂੰ ਰਾਏ ਜੋਧ ਜੀ ਸਾਹਿਬ ਤੋਲਦੇ ਹਨ। ਚਿਤ ਹੋ ਅਬੈਰਸ ਬੋਲਤ ਹੈ। ਉਸ ਵੇਲੇ ਬੋਲਦੇ ਨੇ ਕਿ ਖੜੇ ਰਹੇ ਹੁਣ, ਭੱਜਿਓ ਨਾ, ਮੈਂ ਖੁਦ ਜੂਝਾਂਗਾ ਤੁਹਾਡੇ ਨਾਲ। ਬਲਵਾਨ ਤੁਰੰਗਮ ਤੇਜ ਕੀਓ। ਆਪਣਾ ਬਲ ਵਾਲਾ ਘੋੜਾ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਥਾਪੜੇ ਸਹਿਤ ਆਇਆ ਹੋਇਆ, ਉਸ ਘੋੜੇ ਨੂੰ ਹੋਰ ਤੇਜ਼ ਕੀਤਾ ਕਿ ਜਵਾਨਾਂ ਅੱਗੇ ਜਾ, ਖੁਦ ਜੂਝਾਂਗੇ ਅਸੀਂ ਹੁਣ। ਜਿਸ ਕੰਬਰ ਬੇਗ ਛੋੜ ਦਿਓ। ਉਸ ਵੇਲੇ ਕੰਬਰ ਬੇਗ ਨੂੰ ਦੇਖ ਕੇ ਤੇ ਘੋੜਾ ਛੱਡ ਦਿੱਤਾ ਹੈ ਗੋਲੀ ਦੀ ਤਰ੍ਹਾਂ। ਗਰਵੀ ਖਰਸਾਂਗ ਸੰਭਾਰ ਲਈ। ਤੇ ਨਾਲ ਇੱਕ ਹੱਥ ਵਿੱਚ ਤਲਵਾਰ ਹੈ ਤੇ ਨਾਲ ਬਰਛੀ ਵੀ ਪਕੜੀ ਹੋਈ ਹੈ। ਜਬ ਨੇਰ ਪਇਓ ਬੋ ਊਚ ਕਈ। ਉਸ ਵੇਲੇ ਉਹ ਬਰਛੀ ਬੜੀ ਉੱਚੀ ਕੀਤੀ ਹੈ, ਹੱਥ ਵਿੱਚ ਨੇਜਾ ਫੜਿਆ ਹੋਇਆ ਤੇ ਤਲਵਾਰ ਵੀ ਹੈ, ਘੋੜੇ ਤੇ ਅਸਵਾਰ ਹਨ। ਤਬ ਕੰਬਰ ਬੇਗ ਨ ਪਾਛ ਮੁਰਿਓ। ਉਸ ਵੇਲੇ ਕੰਬਰ ਬੇਗ ਗੁਰੂ ਕੇ ਗੁਰਸਿੱਖ ਨੂੰ ਦੇਖ ਕੇ ਕੋਈ ਪਿੱਛੇ ਨਾ ਮੁੜਿਆ, ਉਹ ਵੀ ਅੱਗੇ ਵਧਦਾ ਜਾ ਰਿਹਾ ਹੈ। ਹੋਏ ਸੰਮੁਖ ਕੋ ਨਿਜ ਓਜ ਕਰਿਓ। ਉਸ ਵੇਲੇ ਸਾਹਮਣੇ ਆ ਗਏ ਹਨ ਤੇ ਆਪਣਾ ਓਜ, ਆਪਣੀ ਤਾਕਤ ਜੋ ਹੈ ਉਹ ਦਿਖਾਉਣੀ ਚਾਹੀਏ। ਕਰਵਾਰ ਨਿਕਾਰਤ ਨੰਗ ਕਰੀ। ਉਸ ਵੇਲੇ ਸੋ ਕੰਬਰ ਬੇਗ ਨੇ ਆਪਣੀ ਤਲਵਾਰ ਕੱਢ ਲਈ ਹੈ ਤੇ ਮਿਆਨ ਵਿੱਚੋਂ ਨੰਗੀ ਕਰ ਲਈ ਹੈ। ਉਹ ਕੀਮਤ ਲੋਹ ਪੁਲਾਦ ਖਰੀ। ਕਵੀ ਜੀ ਕਹਿੰਦੇ ਉਹ ਬੜੀ ਕੀਮਤੀ ਹੈ ਤੇ ਫਲਾਦੀ ਲੋਹਾ, ਉਹ ਲੋਹਾ ਜਿਹਨੂੰ ਲੋਹਾਰਾਂ ਨੇ ਲਾਲ ਕਰ ਕਰਕੇ ਕੁੱਟ ਕੇ ਕਈ ਮਣ ਤੋਂ ਕੁਝ ਕਿਲੋ ਦਾ ਹੀ ਰਹਿਣ ਦਿੱਤਾ ਹੈ। ਐਸਾ ਉਹ ਲੋਹਾ ਕਿ ਲੋਹੇ ਨੂੰ ਵੀ ਚੀਰਨ ਦੀ ਉਹ ਸਮਰੱਥਾ ਰੱਖਦਾ ਹੈ। ਉਹ ਫਲਾਦੀ ਲੋਹੇ ਦੀ ਬਣੀ ਹੋਈ ਤਲਵਾਰ ਅਟਕੈ ਨ ਲਗੀ ਕਟ ਜਾਤ ਅਯੰ। ਕਹਿੰਦੇ ਐਸੀ ਉਹ ਤਲਵਾਰ ਜੋ ਹੈ ਜਿਹਦੇ ਸਾਹਮਣੇ ਕੋਈ ਅਟਕ ਨਹੀਂ ਸਕਦਾ, ਲੋਹੇ ਨੂੰ ਕੱਟਣ ਦੀ ਸਮਰੱਥ ਹੈ ਜੋ। ਜਿਤ ਚਾਹਤ ਪਾਰਿਪ ਘਾਤ ਕੀਅੰ। ਉਸ ਵੇਲੇ ਰਾਏ ਜੋਧ ਜੀ ਸਾਹਿਬ ਜੀ ਨੂੰ ਸ਼ਹੀਦ ਕਰਨਾ ਚਾਹੁੰਦੇ ਹਨ, ਜੋ ਲਲਾ ਬੇਗ ਵਰਗੇ ਉਹਦੇ ਭਰਾ ਜੋ ਹਨ ਕੰਬਰ ਬੇਗ। ਤਬ ਲੋ ਬਲ ਜੋਧ ਸੰਭਾਰ ਕਨੋ। ਤੇ ਇੰਨੇ ਸਮੇਂ ਨੂੰ ਰਾਏ ਜੋਧ ਜੀ ਸਾਹਿਬ ਉਹਨਾਂ ਨੇ ਵੀ ਆਪਣੀ ਤਾਕਤ ਨੂੰ ਸੰਭਾਲਿਆ ਵਿਚਾਰਿਆ ਹੈ। ਖਰ ਸਾਂਗ ਦਈ ਤੇ ਗਾਤ ਹਨੋ। ਅਜੇ ਉਹ ਤਲਵਾਰ ਦਾ ਵਾਰ ਕਰਨਾ ਹੀ ਚਾਹੁੰਦਾ ਸੀ ਤੇ ਉਹਦੇ ਵਾਰ ਕਰਨ ਤੋਂ ਪਹਿਲਾਂ ਗੁਰੂ ਕੇ ਗੁਰਸਿੱਖ ਮਰਦ ਬਹਾਦਰ ਯੋਧੇ ਜਿਨ੍ਹਾਂ ਨੂੰ ਮਾਣ ਨੇ ਕਿਹਾ ਸੀ ਰਾਏ ਜੋਧ ਜੀ ਸਾਹਿਬ ਜਾਓ ਅਖੇ ਲਲਾ ਬੇਗ ਦੇ ਸੈਨਾਪਤ ਦੇ ਭਰਾ ਸੈਨਾਪਤ ਨੂੰ ਮਾਰ ਕੇ ਤੇ ਜਸ ਲਓ, ਵਡਿਆਈ ਲਓ, ਜੈ ਜੈਕਾਰ ਕਰੋ। ਇਹ ਵਰ ਦਿੱਤਾ ਸੀ ਮਾਣ ਨੇ ਇਸ਼ਾਰੇ ਵਿੱਚ। ਉਹ ਰਾਏ ਜੋਧ ਜੀ ਸਾਹਿਬ ਜੀ ਨੇ ਉਹ ਬਰਛੀ ਜੋ ਹੈ ਉਹ ਆਪਣੇ ਹੱਥ ਵਿੱਚ ਲਈ ਹੈ ਤੇ ਹੱਥ ਵਿੱਚ ਲੈ ਕੇ ਉੱਚੀ ਕਰਕੇ ਬਰਛੀ ਉਹਦੇ ਸਰੀਰ ਵਿੱਚ ਧੱਕ ਦਿੱਤੀ ਹੈ। ਤਨ ਬੇਦਨ ਕੇ ਤਬ ਪਰ ਪਰੀ। ਉਸ ਵੇਲੇ ਉਹ ਬਰਛੀ ਸਰੀਰ ਨੂੰ ਵਿੰਨ ਕੇ ਤੇ ਪਾਰ ਹੋ ਗਈ ਹੈ। ਨਿਕਸੀ ਬਿਕਸੀ ਬੋ ਸਰੋਣ ਪਰੀ। ਤੇ ਉਹ ਬਰਛੀ ਜਿਹੜੀ ਹੈ ਬਿਕਸੀ ਖਿੜ ਗਈ ਹੈ। ਸ਼ਸਤਰ ਜਿਹੜਾ ਨਾ ਜਦੋਂ ਉਹਨੂੰ ਖੂਨ ਲੱਗਦਾ ਹੈ, ਤਿਲਕ ਲੱਗਦਾ ਹੈ ਤੇ ਸ਼ਸਤਰ ਉਸ ਵੇਲੇ ਖਿੜ ਜਾਂਦਾ ਹੈ, ਵਿਕਾਸ ਵਿੱਚ ਆ ਜਾਂਦਾ ਹੈ। ਮਨੁੱਖ ਤੇ ਖਿੜਦਾ ਹੈ, ਸਾਧ ਸੰਗਤ ਜੀ ਲੋਹੇ ਵੀ ਖਿੜ ਜਾਂਦੇ ਨੇ। ਤਾਂ ਇਹ ਕਹਿੰਦੇ ਸੀ ਨਾ ਤਲਵਾਰ ਨਹੀਂ ਕੱਢੀ ਦੀ ਅਖੇ ਖੂਨ ਮੰਗਦੀ ਹੈ। ਭਾਵੇਂ ਗੁਰਸਿੱਖ ਰੋਜ਼ ਇੱਕ ਵਾਰੀ ਕੱਢ ਕੇ ਸੇਵਾ ਕਰਦੇ ਨੇ, ਇਹ ਤੇ ਡਰਪੋਕਾਂ ਦੀਆਂ ਕਹਾਵਤਾਂ ਹਨ। ਖੂਨ ਮੰਗਦੀ ਹੈ ਕਿ ਨਹੀਂ ਬਾਅਦ ਦੀ ਗੱਲ ਹੈ, ਪਰ ਤਲਵਾਰ ਖੂਨ ਨੂੰ ਵੇਖ ਕੇ ਖੁਸ਼ ਜ਼ਰੂਰ ਹੋ ਜਾਂਦੀ। ਇਹ ਬਰਛੀ ਦਾ ਰੰਗ ਹੀ ਬਦਲ ਗਿਆ।
ਇਹ ਸੁਰਖ ਹੋ ਗਈ ਹੈ, ਇਹ ਸੁਹਾਗਣ ਹੋ ਗਈ ਹੈ ਦੁਹਾਗਣ ਤੋਂ। ਚੁੱਕ ਝੂਮ ਚੜਾਕ ਭਰਿਓ ਧਰਮੈ। ਉਸ ਵੇਲੇ ਰਾਏ ਜੋਧ ਜੀ ਸਾਹਿਬ ਜੀ ਦੀ ਬਰਛੀ ਦੇ ਨਾਲ ਜਦੋਂ ਹਿੱਕ ਚੀਰ ਕੇ ਲੰਘ ਗਈ, ਕਲੇਜਾ ਪਾੜ ਦਿੱਤਾ ਤੇ ਧਰਤੀ ਤੇ ਝੂਮ ਕੇ ਸ਼ਰਾਬੀ ਦੀ ਤਰ੍ਹਾਂ ਕੰਬਰ ਵੇਗ ਡਿੱਗਿਆ ਹੈ। ਰਹਿ ਗਈ ਤਰਵਾਰ ਗਹੀ ਕਰਮੈ। ਆਖਰੇ ਵੀ ਬਹਾਦਰ ਯੋਧਾ ਸੀ, ਨੰਗੀ ਫੜੀ ਹੋਈ ਤਲਵਾਰ ਇਹਦੇ ਹੱਥ ਵਿੱਚ ਹੀ ਪਈ ਰਹੀ ਹੈ। ਗਰਵੀ ਖਰਸਾਂਗ ਨਿਕਾਰ ਲਈ। ਉਸ ਵੇਲੇ ਰਾਏ ਜੋਧ ਜੀ ਸਾਹਿਬ ਜੀ ਨੇ ਉਹ ਵੱਡੀ ਜਿਹੜੀ ਬਰਛੀ ਸੀ ਇਹਦੇ ਸਰੀਰ ਵਿੱਚੋਂ ਬਾਹਰ ਕੱਢ ਲਈ ਹੈ। ਘਰ ਜੋਧ ਤਰੀ ਛਬਦੇਤ ਪਈ। ਤੇ ਰਾਏ ਜੋਧ ਜੀ ਸਾਹਿਬ ਜੀ ਦੇ ਹੱਥ ਵਿੱਚ ਉਹ ਖੂਨੀ ਨਾਗਨੀ, ਖੂਨੀ ਬਰਛੀ ਫੜੀ ਹੋਈ। ਦੁਹਾਈ RAM ਕੀ ਬੜੀ ਸ਼ੋਭਦੀ ਹੈ। ਤਨ ਲਾਲ ਵਿਸਾਲ ਕਰਾਲ ਸਹੀ। ਤੇ ਰਾਏ ਜੋਧ ਜੀ ਸਾਹਿਬ ਜੀ ਦੇ ਸਰੀਰ ਵਾਰ ਦੇ ਨਾਲ ਕੰਬਰ ਬੇਗ ਦਾ ਸਰੀਰ ਖੂਨ ਦੇ ਨਾਲ ਲੋਥ ਪੋਥ ਹੋਇਆ ਪਿਆ ਹੈ। ਲਸਕੈ ਜਨ ਨਾਗਨ ਲਾਹ ਲਹੀ। ਤੇ ਇਧਰੋਂ ਇਹ ਜਿਹੜੀ ਬਰਛੀ ਹੈ, ਕਵੀ ਜੀ ਕਹਿੰਦੇ ਸਮਝ ਲਓ ਬਰਛੀ ਨਾ ਹੋ ਕੇ ਇਹ ਨਾਗਨੀ ਹੀ ਹੋਵੇ। ਵੈਸੇ ਨਾਗਨੀ ਬਰਛੀ ਦੀ ਇੱਕ ਕਿਸਮ ਵੀ ਹੁੰਦੀ ਹੈ, ਸ਼ਾਇਦ ਤੁਸੀਂ ਕਦੀ ਦੇਖੀ ਹੋਵੇ। ਕਦੇ ਦਰਸ਼ਨ ਕਰਨਾ ਹੋਵੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸੋ ਭਾਈ ਉਦੈ ਸਿੰਘ ਸਾਹਿਬ ਜੀ ਦੀ ਨਾਗਨੀ, ਗੁਰਦਸਵੇਂ ਪਾਤਸ਼ਾਹ ਮਹਾਰਾਜ ਦੀ ਨਾਗਨੀ, ਜਿਹਦੇ ਨਾਲ ਮਾਣ ਨੇ ਤਰਬੈਣੀ ਪ੍ਰਗਟ ਕੀਤੀ ਸੀ ਗੁਰੂ ਕੇ ਲਾਹੌਰ, ਉਹਨੂੰ ਨਾਗਨੀ ਕਹਿੰਦੇ ਨੇ। ਜਿਵੇਂ ਨਾਗਨ ਆਪਣੇ ਸਰੀਰ ਤੇ ਵਲ ਪਾਉਂਦੀ ਹੈ ਨਾ, ਇਸ ਤਰ੍ਹਾਂ ਉਹਦੀ ਬਣਤਰ ਕੁਝ ਇਸ ਤਰ੍ਹਾਂ ਦੀ ਹੁੰਦੀ ਕਿ ਸਰੀਰ ਉਹਦੇ ਵਲ ਪਏ ਹੁੰਦੇ ਨੇ। ਇੱਕ ਤਾਂ ਬਰਛੀ ਹੋ ਗਈ ਸਿੱਧੀ, ਇੱਕ ਨਾਗਨੀ ਦੀ ਤਰ੍ਹਾਂ ਮੁੜੀ ਹੁੰਦੀ ਹੈ। ਜਿਹਦੇ ਸਰੀਰ ਵਿੱਚ ਧੱਸ ਜਾਵੇ ਨਾ ਧਰਮ ਨਾਲ ਨਾੜਾਂ ਖਿੱਚ ਕੇ ਬਾਹਰ ਲੈ ਆਉਂਦੀ ਆ, ਉਹ ਅੰਦਰਾਂ ਖਿੱਚ ਕੇ ਲੈ ਆਉਂਦੀ ਆ, ਤਾਂ ਕਰਕੇ ਉਹਨੂੰ ਨਾਗਨੀ ਕਹਿੰਦੇ ਹਨ। ਤੇ ਨਾਗਨੀ ਦਾ ਦੱਸਿਆ ਕਦੀ ਕੋਈ ਸਾਹ ਨਹੀਂ ਲੈਂਦਾ। ਨਾਗ ਲੜਦੇ ਨੇ ਪਰ ਨਾਗਨੀ ਨਹੀਂ ਕਿਸੇ ਦੇ ਲੜਦੀ ਹੁੰਦੀ ਛੇਤੀ ਕਿਤੇ। ਨਾਗਨੀ ਉਦੋਂ ਹੀ ਲੜਦੀ ਹੁੰਦੀ ਜਦੋਂ ਉਹਦੇ ਕੋਈ ਨਾਗ ਨੂੰ ਮਾਰੇ, ਛੱਡਦੀ ਨਹੀਂ ਹੁੰਦੀ ਉਹ ਆਪਣਾ ਵੈਰ। ਬਸ ਇਸੇ ਪ੍ਰਕਾਰ ਹੀ ਇਹਨੇ ਵਾਰ ਕੀਤਾ ਸੀ ਤੇ ਨਾਗਨੀ ਛੋਹ ਕੇ ਇਹਦੇ ਸਰੀਰ ਨੂੰ ਨਾਗਨੀ ਬਣ ਗਈ ਹੈ। ਜਿਮ ਜੋਗਨ ਬਸਤਰ ਕੁਸੰਭ ਤਰੇ। ਕਹਿੰਦੇ ਜਿਵੇਂ ਮੰਨ ਲਓ ਜੋਗਣੀ ਨੇ ਕੁਸੁੰਬੇ ਰੰਗ ਦੇ, ਕੁਸੁੰਬੇ ਦਾ ਫੁੱਲ ਹੁੰਦਾ ਹੈ, ਸ਼ਾਇਦ ਤੁਸੀਂ ਕਦੇ ਦੇਖਿਆ ਹੋਵੇ। ਇਹਦਾ ਜ਼ਿਕਰ ਬਾਣੀ ਚ ਹੁੰਦਾ, ਹੱਥ ਨਾਲ ਆਇਆ ਕੁਸੁੰਬੜਾ ਜਲ ਜਾਸੀ ਢੋਲਾ, ਕੱਚਾ ਰੰਗ ਕੁਸੁੰਬ ਕਾ ਥੁੱਡਿਆ ਦਿਨ ਚਾਰ ਜੀਓ। ਇਹ ਸੁਰਖ ਰੰਗ ਦਾ ਹੁੰਦਾ ਹੈ। ਇਸ ਤਰ੍ਹਾਂ ਇਹ ਕੁਸੁੰਬੇ ਰੰਗ ਦੀ ਹੋ ਗਈ ਹੈ, ਜਿਵੇਂ ਮੰਨ ਲਓ ਜੋਗਣੀ ਨੇ ਸਰੀਰ ਤੇ ਕੁਸੁੰਬੇ ਰੰਗ ਦੇ ਬਸਤਰ ਪਾਏ ਹੋਏ ਹੋਣ। ਉਹ ਪਿਆਸਨ ਸਰੋਣਤ ਪਾਨ ਕਰੇ। ਉਹ ਜੋਗਨੀਆਂ ਜੋ ਹਨ ਪਿਆਸੀਆਂ ਹਨ। ਮਨੁੱਖੀ ਸਰੀਰ ਦਾ ਖੱਪਰ ਲੈ ਕੇ ਮਾਸ, ਮਿੱਝ, ਚਰਬੀ ਉਹਦੇ ਵਿੱਚੋਂ ਕੱਢ ਕੇ ਤੇ ਖੱਪਰ ਨੂੰ ਖਾਲੀ ਕਰਕੇ ਸਰੀਰ ਦਾ ਖੂਨ ਨਿਚੋੜ ਕੇ ਪੀਂਦੀਆਂ ਨੇ, ਬੁੱਲ ਨਿਚੋੜਦੇ ਹਨ ਉਹਨਾਂ ਦੇ। ਸਭ ਹੂਣਾ ਬਿਲੋਕਤ ਮਾਰ ਲਿਓ। ਸਾਰਿਆਂ ਦੇ ਦੇਖਦਿਆਂ ਦੇਖਦਿਆਂ ਰਾਏ ਜੋਧ ਜੀ ਸਾਹਿਬ ਜੀ ਨੇ ਕੰਬਰ ਬੇਗ ਨੂੰ ਢਹਿ ਢੇਰੀ ਕਰ ਦਿੱਤਾ। ਨਾ ਬਚਾਵਨ ਕੋ ਸਮਰੱਥ ਪਇਓ। ਉਹਨੇ ਬੜਾ ਯਾ ਅੱਲਾ ਮਾਮਾ ਕਿਹਾ, ਪਰ ਉੱਥੇ ਕੌਣ ਆਵੇ ਹੁਣ? ਤੇ ਉੱਥੇ ਕੋਈ ਪਾਣੀ ਨਾ ਦਵੇ ਉਹਨੂੰ ਮੰਗਿਆ। ਤੁਰਕਾਣ ਚਮੂ ਪਿਕ ਕੋਪ ਕਿਓ। ਉਸ ਵੇਲੇ ਤੁਰਕਾਨ ਨੇ ਜਿਸ ਵੇਲੇ ਦੇਖਿਆ ਤੁਰਕੜਿਆਂ ਨੇ ਵੀ ਇਹਨਾਂ ਨੇ ਕਾਬਲ ਬੇਗ ਵੀ ਮਾਰ ਸੁੱਟਿਆ, 34,000 ਬੰਦਾ ਵੀ ਮਾਰ ਸੁੱਟਿਆ, ਇਹ ਅਜੇ ਵੀ ਨਹੀਂ ਰੱਜੇ। ਇਹਨਾਂ ਨੇ ਸੈਨਾਪਤ ਦਾ ਭਾਣਜਾ ਤੇ ਮਾਰਿਆ ਸੈਨਾਪਤ ਦਾ ਸਕਾ ਭਰਾ ਵੀ ਮਾਰ ਸੁੱਟਿਆ ਕਾਫਰਾਂ ਨੇ। ਗਣ ਆਨ ਪਰੇ ਉਤਸਾਹਿਓ। ਉਸ ਵੇਲੇ ਫਿਰ ਉਤਸ਼ਾਹ ਵਿੱਚ ਆਣ ਕੇ ਸਾਹਮਣੇ ਧਾਵਾ ਬੋਲ ਕੇ ਆ ਗਏ ਹਨ ਤੁਰਕੜੇ। ਜਹ ਕੰਬਰ ਬੇਗ ਭਰਿਓ ਗਿਰ ਕੈ। ਜਿਸ ਜਗ੍ਹਾ ਤੇ ਕੰਬਰ ਬੇਗ ਪਿਆ ਹੋਇਆ ਸੀਗਾ ਤਹ ਲੋ ਪਹੁੰਚੇ ਬਲ ਸੋ ਲਰਕੈ। ਉੱਥੇ ਬੜੇ ਬਲ ਦੇ ਨਾਲ ਇਹ 500 ਸੂਰਮਾ ਜਿਹੜਾ ਸੀ ਪਹੁੰਚਿਆ। ਸਿੱਖ ਪਹੁੰਚਣ ਨਹੀਂ ਸਨ ਦਿੰਦੇ, ਪਰ ਇਹ ਜਿਹੜੇ ਮੁਸਲਮਾਨ ਸਨ ਆਪਣੇ ਸੈਨਾਪਤ ਦੀ ਲਾਸ਼ ਨਹੀਂ ਸੀ ਛੱਡਣ ਦਿੰਦੇ ਵੀ ਲਾਸ਼ ਦੀ ਬੇਅਦਬੀ ਨਾ ਕਰੇ, ਕੋਈ ਲਾਸ਼ ਨੂੰ ਸਾੜ ਨਾ ਦੇਵੇ। ਕਿਉਂਕਿ ਮੁਸਲਮਾਨਾਂ ਵਿੱਚ ਜੇ ਕੋਈ ਸੜਿਆ ਮਰਿਆ ਬੰਦਾ ਸੜ ਜੇ ਤੇ ਕਹਿੰਦੇ ਬੇਦੀਨ ਹੋ ਕੇ ਮਰਿਆ। ਇਸ ਕਰਕੇ ਇਹਨਾਂ ਨੇ ਲਾਸ਼ ਲੈ ਕੇ ਜਾਣੀ ਸੀ, ਤਾਂ ਕਰਕੇ ਬਹੁਤ ਅੱਗੇ ਨੂੰ ਆਏ ਹਨ। ਭੋਗੀ ਨਸ ਮਾਰ ਤੁਫੰਗਨ ਕੀ। ਇਹਨਾਂ ਨੇ ਬਹੁਤ ਸਾਰੀ ਬੰਦੂਕਾਂ ਦੀ ਮਾਰ ਕੀਤੀ ਹੈ। ਬਰਖਾ ਬਰਖਾਏ ਖਤੰਗਨ ਕੀ। ਔਰ ਤੀਰਾਂ ਦੀ ਬਾਰਿਸ਼ ਕਰ ਛੱਡੀ ਇੱਕ ਵਾਰ। ਇੱਕ ਵਾਰ ਓਰੜ ਆਣ ਪਰੇ। ਇੱਕ ਵਾਰ ਓਰੜ ਆ ਕੇ ਆ ਪਏ ਹਨ ਧਾ ਕੇ। ਪੜ ਜੂਜਤ ਆਏ ਤੁਮਾਰ ਗਿਰੇ। ਇਸ ਪ੍ਰਕਾਰ ਸੂਰਮੇ ਜੂਝਦੇ ਮਾਰ ਸੁੱਟੇ ਹਨ ਇਹਨਾਂ ਨੇ। ਮਰ ਬ੍ਰਿੰਦ ਤੁਰੰਗਮ ਜੰਗ ਵਿਖੈ। ਇਸ ਪ੍ਰਕਾਰ ਬਹੁਤ ਸਾਰੇ ਘੋੜੇ ਜੋ ਹਨ ਉਹ ਵੀ ਸ਼ਹੀਦ ਹੋਏ ਹਨ। ਉਹ ਆਮਿਕ ਸਰੋਣਤ ਵੀਰ ਪਿਖੈ। ਔਰ ਸੂਰਮੇ ਜੋ ਹਨ ਉਹਨਾਂ ਦਾ ਆਮਿਕ ਮਾਸ ਤੇ ਖੂਨ ਉਹਦੇ ਨਾਲ ਧਰਤੀ ਤੇ ਚਿੱਕੜ ਹੋਇਆ ਪਿਆ ਦੇਖੀਦਾ ਹੈ। ਤਜ ਖੇਤ ਗਏ ਉਰ ਕਾਤੁਰ ਜੇ। ਐਸਾ ਭਿਆਨਕ ਖੇਤ ਦੇਖ ਕੇ, ਮੈਦਾਨੇ ਜੰਗ ਦੇਖ ਕੇ ਜਿਹੜੇ ਕਾਤਰ ਕਾਇਰ ਸਨ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦੀ ਗਰਦਨ,
ਕਿਸੇ ਦਾ ਪੱਟ, ਕਿਸੇ ਦਾ ਢਿੱਡ ਚੀਰਿਆ ਪਿਆ ਹੋਇਆ। ਐਸਾ ਖੂਨੀ ਮੰਜ਼ਰ ਦੇਖ ਕੇ ਕਾਇਰ ਜਿਹੜੇ ਘਬਰਾ ਗਏ ਹਨ। ਫਿਰ ਨਾਹੇ ਫਿਰੇ ਡਰ ਆਤੁਰ ਜੇ, ਉਹ ਕਾਤਰ ਜਿਹੜੇ ਨੇ ਆਤਰ ਹੋ ਕੇ ਟਿਕ ਨਾ ਸਕੇ ਹਨ। ਤਜ ਦੀਨਸ ਆਯੁਧ ਧਾਰਨ ਕੋ, ਕਹਿੰਦੇ ਉਸ ਵੇਲੇ ਬਹੁਤ ਸਾਰੇ ਜਿਹੜੇ ਕਾਤਰ ਕਾਇਰ ਹਨ ਉਹਨਾਂ ਨੇ ਸ਼ਸਤਰ ਧਾਰਨ ਕਰਨੇ ਛੱਡ ਦਿੱਤੇ ਹਨ, ਛਤਰੀਪਣ ਹੀ ਤਿਆਗ ਦਿੱਤਾ ਹੈ। ਜਗ ਕਾਰਜ ਕੀਨ ਗਵਾਰਨ ਕੋ, ਉਸ ਵੇਲੇ ਹੋਰ ਗਵਾਰਾਂ ਵਾਲੇ ਤੇ ਕੰਮ ਕਰਨੇ ਪਸੰਦ ਕੀਤੇ ਨੇ ਪਰ ਜੂਝਣਾ ਪਸੰਦ ਨਹੀਂ ਕੀਤਾ। ਅਸੀਂ ਮਾਰ ਮਚਾਈ ਸਿੱਖਾਂ ਨੇ, ਤਨ ਕੰਪ ਭਇਓ ਉਰ ਤਰਾਸ ਧਰਿਓ। ਕਹਿੰਦੇ ਇਸ ਪ੍ਰਕਾਰ ਥਰੀਆ ਥਰੀਆ ਕੰਬਦੇ ਨੇ, ਡਰ ਗਏ ਹਨ ਇੱਕ ਵਾਰ ਸਿੱਖਾਂ ਦੇ ਪਾਸੋਂ। ਉਹ ਵੀਰ ਮਨੇ ਬੜ ਸਵਾਸ ਭਰਿਓ, ਕਹਿੰਦੇ ਇਸ ਤਰ੍ਹਾਂ ਵੱਡੇ ਵੱਡੇ ਲੰਮੇ ਲੰਮੇ ਸਾਹ ਲੈਂਦੇ ਹਨ, ਕੰਬਦੇ ਹਨ। ਘਰ ਜਾਏ ਮਿਲੇ ਪਰਵਾਰਨ ਤੇ ਸੋ, ਬਹੁਤ ਸਾਰੇ ਸੂਰਮੇ ਇਹਨਾਂ ਤੁਰਕਾਂ ਦੇ ਤੇ ਘਰੇ ਜਾ ਕੇ ਪਰਿਵਾਰਾਂ ਦੇ ਨਾਲ ਮਿਲ ਗਏ ਹਨ। ਨਾ ਸਭਾ ਮੁਖ ਕੀਨ ਦਿਖਾਰਨ ਤੇ ਕੋ, ਸਭਾ ਵਿੱਚ ਨਹੀਂ ਗਏ, ਮੈਦਾਨੇ ਜੰਗ ਦੀ ਹਾਰ ਦਾ ਹਾਲ ਤੱਕ ਨਹੀਂ ਦੱਸਿਆ ਹੈ। ਵਿਖ ਕਹਿ ਗੁਰ ਸੰਗਰ ਦਾਰੁਣ ਕੋ, ਉਸ ਵੇਲੇ ਮਹਾਰਾਜ ਜੀ ਦਾ ਭਿਆਨਕ ਜੰਗ ਜਦੋਂ ਇਹਨਾਂ ਨੇ ਤੱਕਿਆ, ਪਟ ਮਾਰਤ ਲੈ ਹਥਿਆਰਨ ਕੋ, ਤੇ ਮਹਾਰਾਜ ਜੀ ਦੇ ਸੂਰਮੇ ਹਥਿਆਰ ਲੈ ਕੇ ਤੇ ਦੁਸ਼ਮਣਾਂ ਨੂੰ ਮਾਰਦੇ ਅੱਗੇ ਵਧਦੇ ਹਨ। ਬਲਵਾਨ ਤੁਰੰਗਮ ਜੋਧ ਤਰੇ, ਉਸ ਵੇਲੇ ਰਾਏ ਜੋਧ ਜੀ ਸਾਹਿਬ ਜੀ ਦਾ ਜਿਹੜਾ ਘੋੜਾ ਸੀ ਬਹੁਤ ਬਲ ਵਾਲਾ ਸੀਗਾ। ਹਰ ਮਾਰਨ ਕੇ ਗਨ ਕਾਮ ਕਰੇ, ਇਸ ਘੋੜੇ ਨੇ ਦੁਸ਼ਮਣਾਂ ਨੂੰ ਮਾਰਨ ਵਿੱਚ ਬੜੀ ਵੱਡੀ ਸਹਾਇਤਾ ਕੀਤੀ ਸੀ। ਵਿੱਚ ਜੰਗ ਫਿਰੇ ਜਿਮ ਨਾਚਤ ਹੈ। ਕਹਿੰਦੇ ਇਸ ਤਰ੍ਹਾਂ ਉਹ ਘੋੜਾ ਮੈਦਾਨੇ ਜੰਗ ਵਿੱਚ ਫਿਰਦਾ ਨਾ ਹੋਵੇ, ਸਮਝ ਲਓ ਨੱਚਦਾ ਹੋਵੇ। ਜੇ ਜਾਨਵਰ ਹੀ ਡਰ ਜਾਵੇ ਗੋਲੀ ਆਦਿਕ ਦੀ ਆਵਾਜ਼ ਸੁਣ ਕੇ ਤੇ ਮਰਦ ਨੇ ਕੀ ਜੂਝਣਾ ਹੈ। ਤੇ ਘੋੜਿਆਂ ਨੂੰ ਤਰਤੀਬ ਐਸੀ ਦਿੱਤੀ ਹੋਈ ਸੀ ਕਿ ਮੈਦਾਨੇ ਜੰਗ ਵਿੱਚ ਜੁਝਾਰੂ ਇਹ ਘੋੜੇ ਸਨ, ਇਹਨਾਂ ਦੀ ਚੰਗੀ ਨਸਲ ਸੀ, ਮਹਿੰਗੇ ਸਨ। ਇਹ ਅਸਵਾਰ ਕਹੇ ਮੈਂ ਬਾਚਤ ਹੈ, ਕਵੀ ਜੀ ਕਹਿੰਦੇ ਅਸਵਾਰ ਨੂੰ ਕਹਿਣਾ ਨਹੀਂ ਸੀ ਪੈਂਦਾ, ਇਹ ਉਹਦੇ ਦਿਲੋਂ ਦਿਮਾਗ ਦੇ ਨਾਲ ਹੀ ਚੱਲਦੇ ਸਨ, ਉਹਦੇ ਮਨ ਦੀ ਕਲਪਨਾ ਦੇ ਨਾਲ ਚੱਲਦੇ ਸਨ। ਗੁਲਕਾਂ ਗਣ ਲਗ ਸਰੀਰ ਗਈ, ਤੇ ਰਾਏ ਜੋਧ ਜੀ ਸਾਹਿਬ ਜੀ ਦਾ ਘੋੜਾ ਉਹਨੇ ਆਪਣੇ ਸਰੀਰ ਤੇ ਕਈ ਗੋਲੀਆਂ ਦੇ ਵਾਰ ਚੱਲੇ ਪਰ ਪਿੱਛੇ ਨਾ ਹਟਿਆ। ਗਨ ਅੰਗਨ ਭੰਗਤ ਪਾਰ ਪਈ, ਤੇ ਸਰੀਰ ਦੇ ਅੰਗ ਚੀਰ ਕੇ ਗੋਲੀਆਂ ਪਾਰ ਹੋ ਗਈਆਂ। ਇੱਕ ਭਾਲ ਲਗੀ ਰਣ ਸੰਮੁਖ ਤੇ, ਬਾਵਜੂਦ ਇਹਦੇ ਘੋੜਾ ਡਿੱਗਿਆ ਨਾ। ਤੇ ਕਿਸੇ ਕਾਇਰ ਨੇ ਆਣ ਕੇ ਘੋੜੇ ਦੀ ਪਿੱਠ ਤੇ ਬਰਛਾ ਮਾਰਿਆ। ਤਜ ਦੇਹ ਗਇਓ ਛੁਟਕੈ ਦੁਖ ਤੇ, ਉਸ ਵੇਲੇ ਦੁੱਖ ਪਾ ਕੇ ਤੜਫ ਕੇ ਮੋਇਆ ਘੋੜਾ। ਫਿਰ ਵੀ ਇਹਦੇ ਕਦਮ ਅੱਗੇ ਨੂੰ ਵਧਦੇ ਸਨ ਮਰਦੇ ਹੋਏ ਦੇ। ਦੜ ਭੂਮ ਗਿਰਿਓ ਨੇ ਪ੍ਰਾਨ ਰਹੇ, ਧਰਤੀ ਤੇ ਦੜਰ ਕਰਕੇ ਡਿੱਗਿਆ ਹੈ, ਪ੍ਰਾਣ ਨਾ ਰਹੇ, ਸ਼ਹੀਦ ਹੋ ਗਿਆ। ਤਬ ਜੋਧ ਸੰਭਾਰਤ ਓਜ ਲਹੇ, ਜਿਸ ਵੇਲੇ ਘੋੜਾ ਡਿੱਗਿਆ ਤੇ ਰਾਏ ਜੋਧ ਜੀ ਸਾਹਿਬ ਜੀ ਨੇ ਆਪਣੇ ਆਪ ਨੂੰ ਸੰਭਾਲ ਲਿਆ। ਸੰਭਾਲਣਾ ਔਖਾ ਹੁੰਦਾ ਹੈ, ਘੋੜਾ ਡਿੱਗ ਜਾਵੇ, ਬਾਵਜੂਦ ਇਹਦੇ ਛਲਾਂਗ ਮਾਰ ਕੇ ਆਪਣੇ ਆਪ ਨੂੰ ਸੰਭਾਲਿਆ। ਬਿਕ ਸ੍ਰੀ ਹਰਿ ਗੋਬਿੰਦ ਸਿਗਰ ਕਹਿਓ, ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇਖਦੇ ਸਨ, ਕਿਤੇ ਮਾਂ ਵੀ ਸਾਧ ਸੰਗਤ ਜੀ ਭੁੱਲਦੀ ਹੈ ਜੇ ਕਿਤੇ ਪੁੱਤ ਗਿਆ ਹੋਵੇ ਜੂਝਣ ਦੇ ਵਾਸਤੇ। ਸਤਿਗੁਰੂ ਜੀ ਮਹਾਰਾਜ ਨੇਤਰਾਂ ਦੇ ਨਾਲ ਸਾਰਾ ਮੰਜ਼ਰ ਦੇਖਦੇ ਸਨ। ਉਸ ਵੇਲੇ ਮਾਂ ਨੇ ਦੇਖਿਆ ਵੀ ਘੋੜਾ ਡਿੱਗ ਗਿਆ ਹੈ ਤੇ ਕੀ ਕੀਤਾ ਸਤਿਗੁਰਾਂ ਨੇ। ਅਸ ਕਾਬਲ ਬੇਗ ਸਮੀਪ ਲਹਿਓ, ਉਸ ਵੇਲੇ ਮਾਂ ਨੇ ਦੇਖਿਆ ਵੀ ਕਾਬਲ ਬੇਗ ਦਾ ਘੋੜਾ ਜਿਹੜਾ ਸੀ, ਕਿਉਂਕਿ ਕਾਬਲ ਬੇਗ ਮਾਂ ਨੇ ਮਾਰ ਦਿੱਤਾ ਸੀ, ਤੇ ਘੋੜਾ ਉਹਦਾ ਜਿਹੜਾ ਸੀ ਉਹ ਅਰਬੀ ਘੋੜਾ ਸੀ, ਬੜਾ ਸਿਖਾਇਆ ਹੋਇਆ। ਉਹ ਮਹਾਰਾਜ ਨੇ ਜਾਣਿਆ ਕਿ ਨੇੜੇ ਹੈ। ਦੇਹੋ ਜਾਹੋ ਅਬੈ ਅਸਵਾਰ ਕਰੋ, ਮਹਾਰਾਜ ਕਹਿਣ ਲੱਗੇ ਵੀ ਅਰਬੀ ਘੋੜਾ ਹੈ, ਸਿੱਖੋ ਦੀ ਲਗਾਮ ਫੜੋ ਤੇ ਖਿੱਚ ਕੇ ਲੈ ਜਾਓ ਇਹਨੂੰ, ਤੇ ਜਾ ਕੇ ਰਾਏ ਜੋਧ ਜੀ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਕਰੋ ਘੋੜਾ ਇਹ। ਰਣ ਖੇਤਰ ਪਿਓ ਪਗ ਨਾਹਿ ਟਰੋ, ਔਰ ਕਿਹਾ ਕਿ ਜਾਓ ਉਹਨੂੰ ਮੈਦਾਨੇ ਜੰਗ ਵਿੱਚ ਘੋੜਾ ਦਿਓ, ਉਹਨੂੰ ਘੋੜੇ ਦੀ ਜ਼ਰੂਰਤ ਹੈ, ਉਹ ਪਿੱਛੇ ਨਹੀਂ ਹਟਣਾ ਚਾਹੁੰਦਾ ਮੇਰਾ ਸਿੱਖ। ਤਬ ਸੇਵਕ ਦੌਰ ਗਇਓ ਤਹਿਵਾ, ਉਸ ਵੇਲੇ ਸੇਵਕ ਜਿਹੜਾ ਸੀ ਘੋੜਾ ਲੈ ਕੇ ਬੜੀ ਛੇਤੀ ਨਾਲ ਤੇ ਦਲੇਰੀ ਨਾਲ ਉੱਥੇ ਗਿਆ ਹੈ। ਕਿੱਥੇ ਗਿਆ? ਨਿਜ ਸੈਨ ਸਜੋਦ ਖਰੋ ਜਹਵਾ, ਜਿੱਥੇ ਰਾਏ ਜੋਧ ਜੀ ਸਾਹਿਬ ਆਪਣੀ ਸੈਨਾ ਦੇ ਸਮੇਤ ਜੂਝ ਰਹੇ ਸਨ। ਤਤਕਾਲ ਚੜੋ ਨਾ ਦੇਰ ਕਰੋ, ਸਿੱਖ ਨੇ ਇਸ਼ਾਰੇ ਨਾਲ ਆਖਿਆ ਕਿ ਭਾਈ ਜੀ ਇਸ ਘੋੜੇ ਤੇ ਅਸਵਾਰ ਹੋ ਜਾਓ, ਦੇਰੀ ਨਾ ਕਰੋ ਹੁਣ। ਗੁਰ ਕੀਨ ਕਿਰਪਾ ਔਰ ਧਿਆਨ ਤਰੋ, ਗੁਰੂ ਦਾ ਧਿਆਨ ਧਰੋ। ਮੈਦਾਨੇ ਜੰਗ ਵਿੱਚ ਵੀ ਸਿੱਖ ਸਿਦਕ ਨਹੀਂ ਸਨ ਛੱਡਦੇ। ਮੈਦਾਨੇ ਜੰਗ ਵਿੱਚ ਵੀ ਉਹਨਾਂ ਦੀ ਭਾਵਨਾ ਗੁਰੂ ਉੱਪਰ ਬਣੀ ਰਹਿੰਦੀ ਸੀ। ਭਾਵਨਾ ਕਰਕੇ ਜਿੱਤ ਹੁੰਦੀ ਸੀ, ਸਿਦਕ ਕਰਕੇ। ਕਿਹਾ ਗੁਰੂ ਦਾ ਧਿਆਨ ਧਰੋ, ਸਤਨਾਮ ਦਾ ਅਕਾਲ ਅਕਾਲ ਦਾ ਜਾਪ ਕਰੋ, ਤੁਹਾਡੀ ਜਿੱਤ ਹੋਵੇਗੀ, ਫਿਕਰ ਨਾ ਕਰੋ। ਹੁਣ ਆਏ ਬੰਧਨ ਜੋਧ ਕਰੀ, ਉਸ ਵੇਲੇ ਰਾਏ ਜੋਧ ਜੀ ਸਾਹਿਬ ਜੀ ਨੇ ਗੁਰੂ ਕੀ ਦਾਤ ਜਾਣ ਕੇ ਗੁਰਸਿੱਖ ਨੂੰ ਸਿਰ ਝੁਕਾਇਆ ਤੇ ਘੋੜੇ ਨੂੰ ਬੰਧਨ ਕੀਤੀ ਹੈ। ਪਾਏ ਨਮ ਮੇਰੇ ਧੰਨ ਭਾਗ ਉਹ ਵੀ ਅੱਲਾਹ ਪਾਕ ਦਾ ਸ਼ੁਕਰ ਕਰਦਾ ਹੈ ਤੇ ਅੱਗੇ ਵੱਧਦਾ ਹੈ।
ਬੜੀ ਦਲੇਰੀ ਦੇ ਨਾਲ ਗਨ ਬੇਦ ਤਬੀਰ ਸਰੀਰਨ ਕੋ। ਔਰ ਗਰੀਬ ਨਵਾਜ ਮਹਾਰਾਜ ਦੇ ਸਿੱਖ ਰਾਏ ਜੋਧ ਜੀ ਸਾਹਿਬ ਤੀਰ ਛੱਡਦੇ ਹਨ, ਤੁਰਕੜਿਆਂ ਦੇ ਸਰੀਰ ਵਿੰਨੀ ਜਾਂਦੇ ਹਨ। ਗੁਰ ਕੀ ਦਿਸਤੇ ਅਸੁਰ ਬ੍ਰਿੰਦ ਮਰੇ। ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਜੀ ਦੇ ਵੱਲੋਂ ਬਹੁਤ ਸਾਰੇ ਘੋੜੇ ਮਰੇ, ਸ਼ਹੀਦ ਹੋਏ ਹਨ। ਤੁਰ ਕਾਨਨ ਕੇ ਤਿਮ ਵੀਰ ਪਰੇ। ਸਿੱਖਾਂ ਦੇ ਘੋੜੇ ਸ਼ਹੀਦ ਹੋਏ ਨੇ, ਉਧਰੋਂ ਤੁਰਕੜੇ ਮਰੇ ਹਨ। ਤਿਨ ਕੇਰ ਤੁਰੰਗਮ ਧਾਏ ਗਏ। ਸਿੱਖਾਂ ਨੇ ਉਹਨਾਂ ਦੇ ਘੋੜੇ ਜਿਹੜੇ ਨੇ ਉਹ ਧਾ ਕੇ ਫੜ ਲਏ ਨੇ। ਵਧੀਆ ਘੋੜੇ ਸਨ, ਚੰਗੀ ਨਸਲ ਦੇ। ਅਸਵਾਰ ਪਏ ਰਣ ਫੇਰ ਚਹੇ। ਉਹਨਾਂ ਘੋੜਿਆਂ ਤੇ ਸਵਾਰ ਹੋ ਗਏ ਨੇ। ਇਸ ਤਰ੍ਹਾਂ ਗੁਰਸਿੱਖਾਂ ਦੇ ਕਾਰਜ ਮਹਾਰਾਜ ਨੇ ਆਪ ਰਾਸ ਕੀਤੇ ਹਨ। ਹੈ ਬ੍ਰਿੰਦ ਤਉ ਇਹ ਨਾਵਤ ਹੈ। ਇਸ ਤਰ੍ਹਾਂ ਬਹੁਤ ਸਾਰੇ ਘੋੜੇ ਜਿਹੜੇ ਹਨ ਮੈਦਾਨੇ ਜੰਗ ਵਿੱਚ ਹਿਣਕਦੇ ਲਲਕਾਰਦੇ ਹਨ। ਪਟਹੀਨ ਸੁਛੰਦ ਹੈ ਧਾਵਤ ਹੈ। ਬਹੁਤ ਸਾਰੇ ਘੋੜੇ ਜਿਹੜੇ ਨੇ ਸੂਰਮਿਆਂ ਤੋਂ ਬਿਨਾ ਇੱਧਰ ਉੱਧਰ ਲੋਟ ਪੋਟ ਹੋ ਰਹੇ ਨੇ। ਸੂਰਮੇ ਮਰ ਚੁੱਕੇ, ਘੋੜੇ ਖਾਲੀ ਹਨ ਬਹੁਤੇ। ਦੋਹਰਾ ਇਮ ਦੋਹ ਦਿਸ ਕੇ ਸੂਰਮਾ ਮਾਰੇ ਮਰੇ ਵਿਸਾਲ। ਕਵੀ ਦਰਗਾਹੀ ਕਵੀ, ਸ਼੍ਰੀ ਕਵੀ, ਸੰਤ ਕਵੀ, ਚੂੜਾਮਣ ਕਵੀ, ਕਵੀਆਂ ਦੇ ਸਰਤਾਜ ਕਵੀ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹ 50ਵਾਂ ਅਧਿਆਏ ਪੂਰਾ ਕਰਦੇ ਹਨ। ਕੰਬਰ ਬੇਗ ਦੇ ਜੂਝਣ ਵਾਲਾ ਤੇ ਰਾਏ ਜੋਧ ਜੀ ਸਾਹਿਬ ਜੀ ਦੇ ਜੂਝਣ ਵਾਲਾ। ਕਹਿੰਦੇ ਇਸ ਪ੍ਰਕਾਰ ਦੋਨਾਂ ਦਿਸ਼ਾ ਦੇ ਸੂਰਮੇ ਬੜੇ ਮਰੇ ਹਨ। ਗੁਰਸਿੱਖਾਂ ਨੇ ਵੀ ਸ਼ਹੀਦੀ ਦੇ ਜਾਮ ਨੂੰ ਛਕਿਆ ਹੈ ਤੇ ਤੁਰਕ ਜਿਹੜੇ ਹਨ ਉਹ ਵੀ ਅੱਲਾ ਨੂੰ ਪਿਆਰੇ ਹੋ ਗਏ ਹਨ। ਕੋਸਣ ਲਗਰਣ ਭੂਮਿਕਾ ਜਹ ਕੈ ਮਹਾ ਕਰਾ। ਕਹਿੰਦੇ ਕੋਹਾਂ ਤੱਕ ਮੈਦਾਨੇ ਜੰਗ ਦੀ ਜਿਹੜੀ ਭੂਮਿਕਾ ਹੈ ਉਹ ਬੜੀ ਕਰਾਲ ਭਿਆਨਕ ਹੋਈ ਪਈ ਹੈ। ਇਸ ਪ੍ਰਕਾਰ ਮਹਾਬਲੀ ਯੋਧੇ, ਅਤਰਥੀ ਸੂਰਮੇ, ਮਹਾਨ ਤਪਸਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਹਾਰੇ, 4 ਜੰਗਾਂ ਯੁੱਧਾਂ ਦੇ ਜੇਤੂ ਸਤਿਗੁਰੂ, ਵੱਡੇ ਯੋਧੇ, ਪਰਉਪਕਾਰੀ, ਸ਼ਸਤਰਧਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਕਾਬਲ ਬੇਗ ਨੂੰ ਮਾਰਿਆ, ਫਿਰ ਥਾਪੜਾ ਦੇ ਕੇ ਤੇ ਕੰਬਰ ਬੇਗ ਰਾਏ ਜੋਧ ਜੀ ਸਾਹਿਬ ਜੀ ਦੇ ਪਾਸੋਂ ਮਰਾਇਆ। ਇਹ ਸਾਧ ਸੰਗਤ ਜੀ ਮਾਲਵੇ ਦੇ ਪ੍ਰਸਿੱਧ ਨਗਰ ਮਹਾਰਾਜ ਦੀ ਇਹ ਜੰਗ ਯੁੱਧ ਹੈ ਜਿੱਥੇ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਸ਼ੋਭਾਏਮਾਨ ਹੈ। ਪ੍ਰਸੰਗ ਇੱਥੇ ਪੂਰਾ ਹੋਇਆ, ਸਮਾਂ ਵੀ ਪੂਰਾ ਹੋਇਆ। ਬੇਅੰਤ ਗੁਰੂ ਕੇ ਗੁਰਸਿੱਖ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਪਰਿਵਾਰਾਂ, ਰਿਸ਼ਤੇਦਾਰਾਂ, ਜਥੇ ਸੰਗਤ ਸਮੇਤ ਗੁਰੂ ਕੇ ਗੁਰਸਿੱਖ ਮਹਾਂਪੁਰਖ ਤਤਵੇਤਾ, ਪਰਉਪਕਾਰ ਜਗਿਆਸੂ ਗੁਰਮੁਖ ਮਹਾਂਪੁਰਖ ਪਹੁੰਚੇ ਹੋਏ ਨੇ। ਸਭ ਨੂੰ ਭਾਈ ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਘਰੇ, ਪਟਨਾ ਗੁਰੂ ਕਾ ਘਰ ਹੈ। ਗੁਰੂ ਘਰ ਵਿੱਚ ਸਭ ਨੂੰ ਜਿਉ ਆਇਆ ਭਾਈ। ਸਭ ਦੇ ਸੇਵਾ ਸਤਿਕਾਰ ਵਿੱਚ ਸਾਡੇ ਸਮੁੱਚੇ ਸੇਵਾਦਾਰ, ਪ੍ਰਬੰਧਕ, ਗੁਰਮੁਖ ਹਾਜ਼ਰ ਹਨ। ਅੰਮ੍ਰਿਤ ਵੇਲੇ ਆਓ ਭਾਈ, ਹਾਜ਼ਰੀਆਂ ਭਰੋ, ਨਾਮ ਜਪੋ, ਵੱਧ ਤੋਂ ਵੱਧ ਸੇਵਾ ਸਿਮਰਨ ਕਰੋ। ਅਖੰਡ ਦੀਵਾਨ ਚੱਲਦੇ ਹਨ ਕਰੀਬਨ 24 ਘੰਟਿਆਂ ਵਿੱਚੋਂ 16 ਘੰਟੇ। ਗੁਰੂ ਕੇ ਦਰਬਾਰਾਂ ਵਿੱਚ ਆਣ ਕੇ ਹਾਜ਼ਰੀਆਂ ਭਰੋ। ਮਹਾਰਾਜ ਦੇ ਦਰਬਾਰ ਵਿੱਚ ਕਥਾ ਕੀਰਤਨ, ਨਾਮ ਬਾਣੀ ਦਾ ਲਾਹਾ ਲਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਗੁਰੂ ਕੀ ਰਹਿਤ ਰੱਖਣ ਦਾ ਪ੍ਰਣ ਕਰਕੇ ਜਾਓ। ਗੁਰੂ ਕੀ ਇਹੋ ਵੱਡੀ ਦਾਤ ਹੈ। ਔਰ ਤਨ ਕਰਕੇ ਸੇਵਾ ਕਰੋ। ਮਾਤਾਵਾਂ, ਭੈਣਾਂ, ਬੀਬੀਆਂ, ਬੱਚੀਆਂ ਲੰਗਰ ਬਣਾਉਣ, ਵਰਤਾਉਣ ਔਰ ਜੋੜੇ ਝਾੜਨ, ਭਾਂਡੇ ਮਾਂਜਣ, ਹੱਥੀਂ ਸੇਵਾ ਕਰੋ। ਇੱਥੇ ਥੋੜੀ ਸੇਵਾ ਕੀਤੀ ਵੀ ਤੁਹਾਡੀ ਫਲੇਗੀ, ਗੁਰੂ ਦਾਤਾਂ ਦੇ ਕੇ ਨਿਵਾਜੇਗਾ। ਔਰ ਧਨ ਦੇ ਤੌਰ ਤੇ ਆਪਣਾ ਦਸਵੰਧ ਮਾਮਲਾ ਜਿਹੜਾ ਹੈ ਉਹ ਗੁਰੂ ਕੇ ਤਖਤ ਦਰਬਾਰ ਵਿੱਚ, ਗੁਰੂ ਕੇ ਸਨਮਾਨ ਵਿੱਚ ਹਾਜ਼ਰ ਕਰੋ। ਅਨੰਤ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਸਭ ਨੂੰ ਮਹਾਰਾਜ ਆਪਣੇ ਘਰੋਂ ਅੰਦਰੋਂ ਗੁਰਸਿੱਖੀ ਨਾਮ ਦੀ ਦਾਤ ਬਖਸ਼ਣ, ਨਿਹਾਲ ਕਰਨ। ਲੇਖਿਆ ਗਣਤ ਨਾ ਛੋਟੀ ਹੈ, ਕਾਚੀ ਪੀਤ ਨਾ ਸੁਧ, ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਇਮ ਦੋਹੇ ਦਿਸ ਕੇ ਸੂਰਮਾ ਮਾਰੇ ਮਰੇ ਵਿਸਾਲ। ਕੋਸਣ ਲਗਰਣ ਭੂਮਿਕਾ ਜਹ ਕਹਿ ਮਹਾ ਕਰਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।